पंकज बंदन पद पंकज बंदना सिमरो अंगद दोकनिकंदना अमरदास गुर ਹਿਰਦੈ ਤੇ ਆਵੋ ਹਿਰਦੈ ਤੇ ਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨਾ ਵਿਘਨਨ ਕੇ ਨਾਸ਼ਕ ਵਿਘਨਨ ਕੇ ਨਾਸ਼ਕ ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋੜੀ ਨਮੋ ਕਰ ਜੋੜੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲਾ ਧਰੋਂ ਧਰਾ ਧਰ ਪੁਨ ਪੁਨ ਸੀਸ ਜੀ ਪੁਨ ਪੁਨ ਸੀਸ ਬੰਦੋ ਬਾਰ ਬਾਰ ਜਗਦੀਸ਼ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਸ ਭਗਤ ਵਿਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਇਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਦਰਜੀ ਲਿਆਏ ਸੁਆਵਨ ਕਰੇ ਬਾਹਨ ਮੋਲ ਅਨਬੋ ਕਰੇ ਦਿਨ ਕੇ ਤਿਕਿਮ ਬੀਤੇ ਜਬੈ ਨਿਕਟ ਨਿਕਟ ਸੁਧ ਪਸਰੀ ਤਬੈ ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਜ਼ਾਹਰਾ ਜ਼ਹੂਰ ਹਾਜ਼ਰ ਹਜ਼ੂਰ ਸਰਬ ਕਲਾ ਭਰਪੂਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਉਪਸਥਿਤ ਹੋਏ ਗੁਰੂ ਸਵਾਰੇ ਗੁਰੂ ਪਿਆਰੇ ਸਤਸੰਗੀ ਜਨੋ ਆਓ ਮਹਾਰਾਜ ਜੀ ਕੀ ਅਪਾਰ ਰਹਿਮਤ ਬਖਸ਼ਿਸ਼ ਨਾਲ ਸੰਧਿਆ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਦੀ ਪ੍ਰਾਰੰਭਤਾ ਕਰੀਏ। गुरु इतिहास की लड़ीवार कथा विचार जो नित प्रत महाराज के न पवित्र स्थानां ते आप संगत श्रवण करते हो चलती आ रही लड़ी तहत कुछ समा महाराज के जीवन वृतांतां गुरु साखियां दे नाल जुड़न दा यतन करते हाँ। प्रथम महाराज तो आग्ञा लईए रसना पवित्र करनी गुरु फतेह नाल सांझ पाओ फतेह परवानो जी। वाहिगुरु जी का खालसा वाहिगुरु जी की फतेह। कल दियां दीवानां अंदर जिथे संपन्नता होई सतगुरु गुरु गोबिंद सिंह साहब जी महाराज जो कि पटना साहब तो चल के इधर पंजाब दे श्री आनंदपुर साहब आ रहे सन। पटने नगर तो चल के महाराज जी ने अपना जोड़ा पड़ाव है वो काशी देश अंदर किया है। इस देश दियां बेअंत सिख संगतां महाराज जी के दर्शन पाउण आईयां। बहुत भेटावां लैकर के संगत हाजिर हुई। कुछ इस देश के मुखी दिजबर महाराज जी के सन्मुख आके दान लई जाचना करते हैं। महाराज ने उन्होंने अपने खजानिया चो बेअंत माया
ਧਨ, ਵਸਤਰ, ਪਦਾਰਥ ਆਦਿਕ ਸੌਂਪੇ ਹਨ। ਸੋ ਦਾਨ ਲੈ ਕਰਕੇ ਇਹ ਦਿਜਬਰ ਬੜੇ ਪ੍ਰਸੰਨ ਹੋਏ। ਮਹਾਰਾਜ ਇਹਨਾਂ ਨਾਲ ਗੰਗਾ ਦੇ ਤੱਟ ਤੇ ਗਏ, ਕੁਝ ਸਮਾਂ ਟਹਿਲਦੇ ਹਨ। ਸੰਧਿਆ ਵੇਲਾ ਜਾਣ ਕੇ ਇਸ਼ਨਾਨ ਕੀਤਾ, ਆਪਣੇ ਨਿਤਨੇਮ ਅੰਦਰ ਹੋਏ। ਉਸ ਤੋਂ ਉਪਰੰਤ ਮਹਾਰਾਜ ਕੋਈ 2-3 ਦਿਨ ਦੇ ਕਰੀਬ ਇਸ ਪਵਿੱਤਰ ਸਥਾਨ ਤੇ ਰੁਕਦੇ ਹਨ, ਫਿਰ ਅੱਗੇ ਚਾਲੇ ਕਰਦੇ ਹਨ। ਸੋ ਜਿਵੇਂ ਮਹਾਰਾਜ ਜੀਆਂ ਨੇ ਇਸ ਸਥਾਨ ਤੇ ਬਖਸ਼ਿਸ਼ ਕੀਤੀ ਹੈ, ਭਾਈ ਸਾਹਿਬ ਜੀ ਹੋਰਾਂ ਨੇ ਇੱਥੇ ਸੰਪੂਰਨ ਹਵਾਲਾ ਦਰਜ ਕੀਤਾ ਹੈ ਆਪਣੀ ਇਸ ਮਹਾਨ ਰਚਨਾ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ। ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਨੇ, ਮਹਾਰਾਜ ਨੇ ਜਿਸ ਵਕਤ ਦਿਜਵਰਾਂ ਨੂੰ ਬੇਅੰਤ ਦਾਨ ਵੰਡੇ, ਕੀਮਤੀ ਬਸਤਰ ਦਿੱਤੇ। ਮਹਾਰਾਜ ਜੀ ਕੀ ਦਿੱਤੀ ਹੋਈ ਭੇਟਾ ਜੋ ਦਾਨ ਹੈ, ਉਹਨਾਂ ਨੇ ਉਸੇ ਵਕਤ ਹੀ ਆਪਣੇ ਦਰਜੀ ਬੁਲਾ ਕਰਕੇ ਤੇ ਉਹਨਾਂ ਦੇ ਚੋਲੇ ਸਵਾ ਕਰਕੇ, ਵਸਤਰ ਸਵਾ ਕਰਕੇ ਆਪਣੇ ਤਨ ਤੇ ਪਾਏ। ਕੁਝ ਕੀਮਤੀ ਵਾਹਨ ਹਨ ਮਹਾਰਾਜ ਜੀ ਕੇ ਪਾਸ, ਜਿਵੇਂ ਗੱਡੇ, ਪਾਲਕੀਆਂ, ਘੋੜੇ ਆਦਿ ਮਹਾਰਾਜ ਨੇ ਉਹ ਵੀ ਦਾਨ ਕਰ ਦਿੱਤੇ। ਦਿਨ ਕੇਤਿਕਮ ਬੀਤੇ ਜਬੈ, ਇਸ ਵਿੱਚ ਜਦੋਂ ਕੁਝ ਦਿਨ ਬਤੀਤ ਹੋ ਗਏ, ਨਿਕਟ ਸੁਧ ਪਸਰੀ ਸਭ ਤਬੈ। ਕਾਸ਼ੀ ਦੇਸ਼ ਦੇ ਪਾਸ ਦੇ ਇਲਾਕਿਆਂ ਵਿੱਚ ਵੀ ਇਹ ਗੱਲ ਪਤਾ ਲੱਗ ਗਈ ਕਿ 10ਵੇਂ ਨਾਨਕ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਸ ਦੇਸ਼ ਅੰਦਰ ਵਿਚਰ ਰਹੇ ਹਨ। ਤੇ ਫਿਰ ਸਭ ਕੋਈ ਦੂਰ ਨੇੜੇ ਤੋਂ ਮਹਾਰਾਜ ਕੇ ਦਰਸ਼ਨ ਪਾਉਣ ਦੇ ਲਈ ਇਸ ਪਵਿੱਤਰ ਸਥਾਨ ਪਰ ਹਾਜ਼ਰ ਹੋਇਆ ਹੈ। ਜੌਨਪੁਰੇ ਕੀ ਸੰਗਤ ਆਈ। ਕਾਸ਼ੀ ਦੇ ਪਾਸ ਨਗਰ ਹੈ ਜੌਨਪੁਰ, ਤੇ ਜੌਨਪੁਰ ਦੀ ਸੰਗਤ ਮਹਾਰਾਜ ਜੀ ਦਾ ਦਰਸ਼ਨ ਪਾਉਣ ਦੇ ਲਈ ਇਹ ਸਥਾਨ ਪਰ ਆਈ ਹੈ। ਗੁਰ ਕੀ ਕਾਰ ਦਰਵਗਨ ਲਿਆਈ। ਮਹਾਰਾਜ ਜੀ ਕੀ ਸੇਵਾ ਹਿਤ, ਕਿਉਂਕਿ ਗੁਰੂ ਕੀ ਜਿਹੜੀ ਸੇਵਾ ਹੈ, ਜਿਵੇਂ ਲੰਗਰ ਚੱਲਦੇ ਹਨ, ਸੰਗਤਾਂ ਦੇ ਰਿਹਾਇਸ਼ ਆਦਿਕ ਲਈ ਬਹੁਤ ਖਰਚਾ ਆਇਦਾ। ਜਦੋਂ ਮਹਾਰਾਜ ਦਾਨ ਕਰਦੇ ਹਨ, ਸੋ ਉਹ ਸਾਰਾ ਜਿਹੜਾ ਧਨ ਪਦਾਰਥ ਸੰਗਤ ਹੀ ਲੈ ਕਰਕੇ ਆਉਂਦੀ ਹੈ। ਮਹਾਰਾਜ ਜੀ ਕੀ ਸੇਵਾ ਹਿਤ ਬਹੁਤ ਸਾਰੇ ਪਦਾਰਥ, ਧਨ, ਅਨਾਜ ਆਦਿਕ ਸੰਗਤ ਲੈ ਕਰ ਆਈ ਹੈ। ਜੋ ਪ੍ਰੇਮੀ ਗੁਰ ਬਖਸ਼ ਮਸੰਦ। ਇੱਥੇ ਮਹਾਰਾਜ ਜੀ ਦਾ ਇੱਕ ਪ੍ਰੇਮੀ ਮਸੰਦ, ਜਿਹਦਾ ਨਾਮ ਭਾਈ ਗੁਰਬਖਸ਼ ਹੈ ਜੀ। ਸਭ ਮੈਂ ਮੁਖਤਰ ਆਏ ਆਨੰਦ। ਸਾਰਿਆਂ ਦੇ ਅੰਦਰੋਂ ਮੁਖੀ ਭਾਵ ਇਹ ਭਾਈ ਗੁਰਬਖਸ਼ ਮਸੰਦ ਜਿਹੜਾ ਹੈ, ਇਹਨਾਂ ਇਲਾਕਿਆਂ ਵਿੱਚ ਵਿਚਰਦਾ ਰਿਹਾ। ਸੋ ਉਹ ਮੁਖੀ ਬਣ ਕੇ ਸਾਰੀ ਸੰਗਤ ਨੂੰ ਇਕੱਤਰ ਕਰਕੇ ਮਹਾਰਾਜ ਕੇ ਸਨਮੁਖ ਲੈ ਕਰ ਆਇਆ ਹੈ। ਗਾਵਤ ਸ਼ਬਦ ਹਜੂਰ ਪਹੁੰਚੇ। ਸ਼ਬਦ ਗਾਉਂਦੇ ਹੋਏ, ਪੁਰਾਣੇ ਸਮੇਂ ਦੀ ਨਾ ਗੁਰਮੁਖੋ ਇਹ ਮਰਿਆਦਾ ਵੀ ਹੁੰਦੀ ਸੀ। ਜਦੋਂ ਵੀ ਸੰਗਤ ਨੇ ਗੁਰੂ ਘਰ ਆਉਣਾ ਨਾ, ਤੇ ਸੰਗਤ ਨੇ ਇਕੱਤਰ ਹੋ ਜਾਣਾ, ਟੋਲੀਆਂ ਬਣਾ ਲੈਣੀਆਂ, 10, 20, 30, 50 ਪ੍ਰਾਣੀ ਜਿਹੜੇ ਹਨ ਮਨੁੱਖ ਇਕੱਤਰ ਹੋ ਕਰਕੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਜਿਹੜੀ ਬਾਣੀ ਹੈ, ਜਿਵੇਂ ਗੁਰੂ ਬਾਣੀ ਉਸ ਵਕਤ ਜਿਨ੍ਹਾਂ ਗੁਰੂ ਸਾਹਿਬਾਨ ਜੀਆਂ ਨੇ ਉਚਾਰਨ ਕੀਤੀ, ਖਾਸ ਕਰ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਜੀਆਂ ਦੇ ਸ਼ਬਦ, ਸੰਗਤਾਂ ਨੇ ਕੁਝ ਹੱਥ ਵਿੱਚ ਸਾਜ਼ ਪਕੜ ਲੈਣੇ, ਜਿਵੇਂ ਮਰਦੰਗ, ਰਬਾਬ, ਢੋਲ ਆਦਿਕ, ਉਹਨਾਂ ਨੂੰ ਵਜਾਉਂਦਿਆਂ ਹੋਇਆਂ ਫਿਰ ਮਹਾਰਾਜ ਜੀ ਕੇ ਘਰ ਸ਼ਬਦ ਗਾਉਂਦਿਆਂ ਹੋਇਆਂ ਆਉਣਾ। ਜਾਂ ਜੇ ਸਾਜ਼ ਨਾ ਫੜਨੇ ਤੇ ਉਵੇਂ ਆਪਸ ਵਿੱਚ ਲੈ ਮਿਲਾ ਕਰਕੇ ਸ਼ਬਦ ਗਾਉਣੇ। ਪੁਰਾਣੇ ਸਮੇਂ ਦੀ ਇੱਕ ਬੜੀ ਮਹਾਨ ਮਰਿਆਦਾ ਸੀ। ਅਜੋਕੇ ਸਮੇਂ ਵਿੱਚ ਇਹ ਸਭ ਕੁਝ ਗਵਾਚ ਚੁੱਕਾ ਹੈ। ਆਉਂਦਾ ਤਾਂ ਹੈ ਸਿੱਖ ਦਰਸ਼ਨ ਕਰਨ, ਪਰੰਤੂ ਮੈਨੂੰ ਮਾਫ ਕਰਨਾ, ਜਿਹੜਾ ਜਿਸ ਵਕਤ ਆਉਂਦਾ ਹੈ ਗੱਡੀਆਂ ਦੇ ਅੰਦਰ ਜਿੱਦਾਂ ਦੇ ਗੀਤ ਚੱਲਦੇ ਨੇ, ਲੱਗਦਾ ਨਹੀਂ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਂ ਗੁਰੂ ਜੋਤ ਦੇ ਦਰਸ਼ਨ ਕਰਨ ਚੱਲਿਆ। ਪੁਰਾਣੇ ਸਮੇਂ ਦੀ ਇੱਕ ਬਹੁਤ ਮਹਾਨ ਮਰਿਆਦਾ ਸੀ। ਟੋਲੀਆਂ ਬਣਾ ਕੇ, ਇਕੱਠ ਸੰਗਤ ਬਣਾ ਕੇ, ਜਿਸ ਵਕਤ ਸੰਗਤ ਨੇ ਆਉਣਾ ਤੇ ਉੱਚੀ ਉੱਚੀ ਸ਼ਬਦ ਗਾਉਂਦੇ ਹੋਏ ਮਹਾਰਾਜ ਜੀ ਕੀ ਹਜ਼ੂਰੀ ਅੰਦਰ ਪਹੁੰਚਦੇ ਹਨ। ਸੁਣੈ ਅਨੇਕ ਰਾਗ ਹੋਏ ਉੱਚੇ। ਤੇ ਬੜੀ ਉੱਚੀ ਧੁਨ ਦੇ ਅੰਦਰ, ਰਾਗਾਂ ਦੇ ਅੰਦਰ ਇਹ ਜਿਹੜੇ ਸ਼ਬਦ ਗਾਇਨ ਕੀਤੇ ਜਾਂਦੇ ਹਨ। ਕਰ ਦਰਸ਼ਨ ਕੋ ਅਰਪ ਅਕੋਰ। ਜਿਸ ਵਕਤ ਮਹਾਰਾਜ ਕੀ ਹਜ਼ੂਰੀ ਅੰਦਰ ਸੰਗਤ ਪਹੁੰਚਦੀ ਹੈ, ਪ੍ਰਥਮ ਦਰਸ਼ਨ ਕਰਦੇ ਹਨ, ਤੇ ਜੋ ਵੀ ਕਿਸੇ ਦੀ ਕਿਤਨੀ ਭਾਵਨਾ ਹੈ, ਜਥਾ ਸ਼ਕਤ ਭੇਟਾ ਮਹਾਰਾਜ ਜੀ ਕੇ ਚਰਨਾਂ ਅੰਦਰ ਰੱਖਦੇ ਹਨ। ਬੰਦਤ ਹੈ ਪਗ ਜੁਗ ਕਰ ਜੋਰ। ਦੋਨੋਂ ਹੱਥ ਜੋੜ ਕਰਕੇ ਮਹਾਰਾਜ ਜੀ ਕੇ ਚਰਨਾਂ ਵਿੱਚ ਸੀਸ ਨਵਾ ਦੇਣਾ ਸਭ ਤੋਂ ਮਹਾਨ ਕਰਮ ਹੈ ਗੁਰਮੁਖੋ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਇਹ ਬਹੁਤ ਵੱਡੇ ਪੁੰਨ ਦਾ ਕਰਮ ਹੈ। ਦੋਵੇਂ ਹੱਥ ਜੋੜ ਕੇ
ਆਪਣਾ ਜਿਹੜਾ ਸੀਸ ਹੈ ਉਸ ਨੂੰ ਗੁਰੂ ਚਰਨਾਂ ਦੇ ਵਿੱਚ ਰੱਖ ਦੇਣਾ। ਸੋ ਇਸ ਵਿਧ ਸੰਗਤਾਂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕੋ ਨਮਸਕਾਰਾਂ ਕਰ ਰਹੀਆਂ ਹਨ। ਕਰੀ ਕਾਮਨਾ ਜਾਚੈ ਤੇ ਜੋਏ। ਫਿਰ ਜਿਵੇਂ ਜਿਵੇਂ ਜੋ ਵੀ ਕਿਸੇ ਗੁਰਮੁਖ ਦੀ ਕੋਈ ਭਾਵਨਾ ਹੈ, ਸੋ ਜੋ ਵੀ ਕੋਈ ਜਾਚਨਾ ਕਰਦਾ ਹੈ ਮਹਾਰਾਜ ਜੀ ਕੇ ਚਰਨਾਂ 'ਚ, ਜਿਵੇਂ ਬਾਣੀ ਵਿੱਚ ਵੀ ਆਪਾਂ ਪੜ੍ਹਦੇ ਹਾਂ ਨਾ, ਜਾਚਕ ਜਨ ਜਾਚੈ ਪ੍ਰਭ ਦਾਨ। ਸੋ ਜੋ ਵੀ ਕੋਈ ਜਾਚਨਾ ਕਰਦਾ ਹੈ ਮਹਾਰਾਜ ਉਸ ਦੀ ਕਾਮਨਾ ਪੂਰਤੀ ਕਰਦੇ ਹਨ। ਪੂਰਤ ਭਏ ਪ੍ਰਭੂ ਤਬ ਸੋਏ। ਇਤਨੇ ਪ੍ਰਸੰਨ ਹਨ ਗਰੀਬ ਨਿਵਾਸ ਸੱਚੇ ਪਾਤਸ਼ਾਹ, ਐਸੀ ਮਿਹਰ ਦੀ ਦ੍ਰਿਸ਼ਟੀ ਕਰਦੇ ਹਨ ਵੀ ਉਸ ਦੀ ਕਾਮਨਾ, ਉਸ ਦੀ ਜਿਹੜੀ ਭਾਵਨਾ ਹੈ ਉੱਥੇ ਹੀ ਪੂਰੀ ਕਰ ਦਿੰਦੇ ਹਨ। 3 ਦਿਵਸ ਗੁਰ ਕੇ ਡਿਗ ਰਹੇ। ਇਸ ਵਿਧ 3 ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਪਾਸ ਸੰਗਤਾਂ ਦੇ ਭਾਰੀ ਇਕੱਠ ਜਿਹੜੇ ਹਨ ਨਿਤਾ ਪ੍ਰਤ ਰਹੇ ਹਨ। ਜਥਾ ਜੋਗ ਸਿਰ ਪਾਉ ਸੋ ਲਹੇ। ਤੇ ਜਥਾ ਜੋਗ ਜਿਤਨੀ ਕਿਸੇ ਵੀ ਗੁਰਮੁਖ ਪਿਆਰੇ ਨੇ ਸੇਵਾ ਕੀਤੀ, ਜਿਵੇਂ ਕਿ ਮਸੰਦ ਆਏ ਉਹ ਆਪਣੀ ਕਾਰ ਭੇਟਾ ਉਗਰਾ ਕੇ ਲਿਆਏ, ਸੰਗਤਾਂ ਆਈਆਂ ਉਹ ਆਪਣੇ ਵਸਤਰ ਆਦਿਕ ਭੇਟਾਵਾਂ, ਧਨ, ਅਨਾਜ, ਪਦਾਰਥ ਲੰਗਰਾਂ ਹਿਤ ਸੁੱਕੀ ਰਸਤਬਤ ਲੈ ਕੇ ਆਏ। ਸੋ ਜਥਾ ਜੋ ਜਿਤਨਾ ਲੈ ਕਰਕੇ ਆਇਆ, ਮਹਾਰਾਜ ਜੀਆਂ ਨੇ ਆਏ ਹੋਏ ਸਭ ਗੁਰਮੁਖ ਪਿਆਰਿਆਂ ਨੂੰ ਆਪਣੇ ਘਰ ਤੋਂ ਇੱਕ ਸਿਰੋਂ ਪਾਉ ਦੀ ਜਿਹੜੀ ਦਾਤ ਹੈ, ਵਸਤਰ ਜਿਹੜੇ ਹਨ ਉਹ ਬਖਸ਼ੇ ਹਨ। ਬਾਲ ਆਰ ਬਲ ਸੁੰਦਰ ਸੂਰਤ। ਇੱਥੇ ਫਿਰ ਭਾਈ ਸਾਹਿਬ ਜੀ ਹੋਰਾਂ ਨੇ ਮਹਾਰਾਜ ਜੀ ਕੀ ਨੁਹਾਰ ਦਾ, ਮਹਾਰਾਜ ਜੀ ਕੇ ਮੁਖ ਦੀ ਬਖਸ਼ਿਸ਼ ਦਾ ਜ਼ਿਕਰ ਕੀਤਾ ਹੈ। ਧੰਨ ਗੁਰੂ ਗੋਬਿੰਦ ਰਾਏ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਉਮਰ ਅਜੇ ਬਾਲਪਣੇ ਵਿੱਚ ਛੋਟੀ ਹੈ, ਲੇਕਿਨ ਸੂਰਤ ਅਤੀ ਸੁੰਦਰ ਹੈ, ਮਨ ਮੋਹਨ ਵਾਲੀ ਹੈ ਜੀ। ਰਚੀ ਵਿਦਾਤੇ ਸਭ ਗੁਣ ਪੂਰਤ। ਮਾਨੋ ਉਸ ਵਿਧਾਤਾ ਕਰਤਾ ਪੁਰਖ ਨੇ ਇਹ ਮੂਰਤ ਐਸੀ ਤਿਆਰ ਕੀਤੀ ਹੈ, ਇਉਂ ਸਮਝ ਲਈਏ ਵੀ ਉਹਨੇ ਆਪਣੇ ਪਾਸ ਕੋਈ ਗੁਣ ਨਹੀਂ ਰੱਖਿਆ, ਸਾਰੇ ਦੇ ਸਾਰੇ ਗੁਣ ਇਸ ਪਾਵਨ ਮੂਰਤ ਦੇ ਵਿੱਚ ਪਾ ਦਿੱਤੇ ਹਨ। ਇਤਿਆਦਿਕ ਬਹੁ ਕਰਤ ਪ੍ਰਸ਼ੰਸਾ। ਇਤਿਆਦਿਕ ਇਸ ਵਿਧ ਨਾ ਗੁਰੂ ਕੀ ਸਿੱਖ ਸੰਗਤਾਂ ਮਹਾਰਾਜ ਜੀ ਕੇ ਮੂਰਤ ਤੱਕ ਕੇ ਦਰਸ਼ਨ ਪਾ ਕਰਕੇ, ਮਹਾਰਾਜ ਜੀ ਕੇ ਮੁਖ ਦੀ ਰੂਹਾਨੀਅਤ ਬਖਸ਼ਿਸ਼ ਪਾ ਕਰਕੇ ਆਪਣੇ ਮੁਖ ਤੋਂ ਬੇਅੰਤ ਪ੍ਰਸ਼ੰਸਾ ਕਰਦੀ ਹੈ। ਹੋਏ ਹੈ ਸੋਢੀ ਬੰਸ ਅਵਤੰਸਾ। ਤੇ ਨਾਲ ਇਹ ਵੀ ਕਹਿੰਦੇ ਹਨ ਵੀ ਸੋਢੀ ਵੰਸ਼ ਦਾ ਇਹ ਸੂਰਜ ਹਨ। ਸੋਢੀ ਵੰਸ਼ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀਆਂ ਤੋਂ ਪ੍ਰਾਰੰਭ ਹੋਇਆ, ਤੇ ਸੋਢੀ ਵੰਸ਼ ਦੀ ਇਹ ਬਹੁਤ ਪ੍ਰਸ਼ੰਸਾ ਕਰਾਉਣਗੇ, ਕਿਉਂਕਿ ਇਹ ਜਿਹੜੇ ਸੋਢੀ ਵੰਸ਼ ਅੰਦਰ ਪੁਰਖ ਪ੍ਰਗਟੇ ਹਨ, ਇਹਨਾਂ ਦਾ ਤੇਜ ਪ੍ਰਤਾਪ ਬਹੁਤ ਭਾਰੀ ਹੈ ਜੀ। ਭਇਓ ਦਰਬ ਗੁਰ ਨਿਕਟ ਕਨੇਰਾ। ਇਸ ਵਿਧ ਜਿਤਨੀ ਸੰਗਤ ਨੇ ਆਕਰ ਮਹਾਰਾਜ ਜੀ ਨੂੰ ਨਮਸਕਾਰ ਕੀਤੀ, ਮਹਾਰਾਜ ਜੀ ਕੇ ਸਨਮੁਖ ਧਨ ਦੇ ਜਿਹੜੇ ਢੇਰ ਲੱਗ ਗਏ ਸਨ। ਸਕਲ ਸਾਜ ਬਨਵਾਓ ਫੇਰਾ। ਸਕਲ ਸਾਜ ਮਹਾਰਾਜ ਨੇ ਹੁਕਮ ਕੀਤਾ ਹੈ ਕਿ ਭਾਈ ਵੇਖੋ ਇਹਦੇ ਨਾਲ ਜੋ ਜੋ ਲੋੜਾਂ ਹਨ ਉਹ ਆਪ ਪੂਰਤੀ ਕਰ ਸਕਦੇ ਹੋ। ਬਾਹਰ ਚਲਨ ਕੀ ਕੀਨਸ ਤਿਆਰੀ। ਤੇ ਫਿਰ ਮਹਾਰਾਜ ਜੀਆਂ ਨੇ ਮਨ ਬਣਾਇਆ ਵੀ ਹੁਣ ਪੰਜਾਬ ਦੇਸ਼ ਵਾਪਸ ਜਾ ਰਹੇ ਹਾਂ, ਜਲਦੀ ਇੱਥੋਂ ਵੀ ਅੱਗੇ ਚੱਲਿਆ ਜਾਏ। ਫਿਰ ਮਹਾਰਾਜ ਤਿਆਰੀ ਕਰਵਾਉਂਦੇ ਹਨ। ਦੇ ਸਰ ਪਾਓ ਸੰਗਤਾ ਸਾਰੀ। ਆਈ ਹੋਈ ਸਮੂਹ ਸੰਗਤ ਨੂੰ ਮਹਾਰਾਜ ਜੀਆਂ ਨੇ ਆਪਣੇ ਘਰ ਦੀ ਬਖਸ਼ਿਸ਼ ਸਿਰੋਂ ਪਾਉ ਦੀ ਦਾਤ ਦਿੱਤੀ ਹੈ। ਸੁਨ ਸੁਨ ਜਸ ਕੋ ਨਰ ਸਮੁਧਾਏ। ਤੇ ਜਿਵੇਂ ਜਿਵੇਂ ਮਹਾਰਾਜ ਜੀ ਕੀ ਵਡਿਆਈ ਮਾਈ ਭਾਈ ਸਿੱਖ ਇਸਤਰੀਆਂ ਪੁਰਖ ਸਭ ਸਰਵਣ ਕਰ ਰਹੇ ਸਨ, ਸੁਣ ਕਰਕੇ ਜੀ ਕਹਿ ਕਰੋ ਸਿੱਖ ਸਰਨੀ ਆਏ। ਇਉਂ ਫਰਮਾਉਂਦੇ ਹਨ ਮਹਾਰਾਜ, ਆਪ ਹੀ ਤਰਸ ਕਰੋ, ਅਸੀਂ ਸ਼ਰਨ ਆਏ ਹਾਂ, ਆਪ ਪੂਰਨ ਬਖਸ਼ਿਸ਼ ਦੇ ਮਾਲਕ ਹੋ ਜੀ। ਦੇਖ ਭਾਉ ਤਿਨ ਕੇ ਮਨ ਕੇਰਾ। ਇਧਰ ਅੰਤਰਯਾਮੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੇ ਜਿਸ ਵਕਤ ਆਪਣੀ ਇਹ ਸੰਗਤ ਦੇ ਹਿਰਦੇ ਦੇ ਪ੍ਰੇਮ ਨੂੰ ਤੱਕਿਆ ਹੈ, ਕਿਉਂਕਿ ਗੁਰੂ ਤ੍ਰਿਕਾਲਦਰਸ਼ੀ ਹੈ ਗੁਰਮੁਖੋ, ਗੁਰਦੇਵ ਕਦੇ ਸਾਡੀ ਸੂਰਤ ਮੂਰਤ ਨਹੀਂ ਦੇਖਦੇ, ਮਹਾਰਾਜ ਸਾਡਾ ਹਿਰਦਾ ਦੇਖਦੇ ਹਨ ਵੀ ਇਹ ਸਿੱਖ ਦੇ ਅੰਦਰ ਮੇਰੇ ਪ੍ਰਤੀ ਪਿਆਰ ਕੈਸਾ ਹੈ, ਭਾਵ ਕੈਸਾ ਹੈ। ਸੋ ਜਿਸ ਵਕਤ ਮਹਾਰਾਜ ਨੇ ਆਈਆਂ ਹੋਈਆਂ ਇਹਨਾਂ ਸੰਗਤਾਂ ਦੇ ਵਿੱਚ ਗੁਰਮੁਖ ਪ੍ਰੇਮੀਆਂ ਦੇ ਪਿਆਰ ਵੱਲ ਝਾਤ ਮਾਰੀ, ਅੰਦਰੋਂ ਵਕ ਵੇਖਦੇ ਹਨ। ਪਗ ਪਾਹੁਲ ਦੀਨਸ ਤਿਸ ਬੇਰਾ। ਫਿਰ ਜਿਹੜੇ ਮਹਾਰਾਜ ਜੀ ਕੇ ਅਨੰਨ ਪ੍ਰੇਮੀ ਸਿੱਖ ਸਨ, ਜਿਨ੍ਹਾਂ ਮਹਾਰਾਜ ਜੀ ਕੀ ਬਹੁਤ ਸੇਵਾ ਕੀਤੀ, ਜਿੰਨਾ ਸਮਾਂ ਮਹਾਰਾਜ ਕਾਸ਼ੀ ਦੇਸ਼ ਰੁਕੇ, ਨਿਰੰਤਰ ਤਨ ਮਨ ਧਨ ਕਰ ਸੇਵਾ ਕਰਦੇ ਰਹੇ, ਮਹਾਰਾਜ ਨੇ ਫਿਰ ਹੁਕਮ ਦੇ ਕਰਕੇ ਉਹਨਾਂ ਨੂੰ ਆਪਣੇ ਪਾਸ ਬੁਲਾਇਆ ਤੇ ਫਿਰ ਚਰਨ ਪਾਹੁਲ ਦੀ ਦਾਤ ਬਖਸ਼ੀ ਹੈ। ਜਿਵੇਂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀਆਂ ਨੇ 1699 ਵਿੱਚ ਖਾਲਸਾ ਸਾਜਿਆ
ਤੇ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ। ਲੇਕਿਨ ਇਸ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਚਰਨ ਪੌਲ ਵੀ ਦਿੰਦੇ ਨੇ। ਗੁਰੂ ਨਾਨਕ ਸਾਹਿਬ ਜੀਆਂ ਦੇ ਵੇਲੇ ਤੋਂ ਇੱਕ ਮਰਿਆਦਾ ਹੈ। ਭਾਈ ਗੁਰਦਾਸ ਸਾਹਿਬ ਜੀਆਂ ਨੇ ਵੀ ਹਵਾਲਾ ਸਾਂਝਾ ਕੀਤਾ, ਜਿਹਦੇ ਉੱਪਰ ਮਹਾਰਾਜ ਤਰੁੱਟਦੇ ਸਨ। ਜਿਹੜੇ ਸਿੱਖ ਨੂੰ ਨਿਵਾਜਦੇ ਸਨ ਉਹਨੂੰ ਚਰਨ ਪੌਲ ਦਿੰਦੇ ਸਨ। ਚਰਨ ਧੋਏ ਰਹਿਰਾਸ ਕਰ, ਚਰਨਾ ਅੰਮ੍ਰਿਤ ਗੁਰਸਿੱਖਾਂ ਪਿਲਾਇਆ। ਸੋ ਪਵਿੱਤਰ ਜਲ ਵਿੱਚ ਮਹਾਰਾਜ ਆਪਣੇ ਚਰਨ ਧੋ ਕਰ ਉਸ ਨੂੰ ਚਰਨ ਪੌਲ ਦਿੰਦੇ ਸਨ। ਇਸ ਸਥਾਨ ਤੇ ਮਹਾਰਾਜ ਜੀਆਂ ਨੇ ਆਪਣੇ ਕੁਝ ਅਨਨ ਪ੍ਰੇਮੀ ਸਿੱਖਾਂ ਨੂੰ ਆਪਣੀ ਜਿਹੜੀ ਚਰਨ ਪੌਲ ਹੈ ਇਹ ਦਾਤ ਬਖਸ਼ੀ ਹੈ ਜੀ। ਜਿਨ ਜਿਨ ਪੀਅਸ ਭਏ ਨਿਹਾਲ, ਤੇ ਜਿਨ੍ਹਾਂ ਜਿਨ੍ਹਾਂ ਮਹਾਰਾਜ ਜੀ ਕੇ ਪਾਸ ਤੋਂ ਚਰਨ ਪੌਲ ਲਈ ਹੈ, ਕਿਉਂਕਿ ਚਰਨ ਪੌਲ ਤੇ ਖੰਡੇ ਬਾਟੇ ਦੀ ਪੌਲ ਹੈ। ਚਲੋ ਅੱਗੇ ਮਹਾਰਾਜ ਜੀਆਂ ਨੇ ਪੰਜ ਪਿਆਰਿਆਂ ਦੀ ਮਰਿਆਦਾ ਤਿਆਰ ਕੀਤੀ ਹੈ। ਸੋ ਇਸ ਕਰਕੇ ਖੰਡੇ ਬਾਟੇ ਦੀ ਪੌਲ ਪੰਜ ਬਾਣੀਆਂ ਦਾ ਮਹਾਤਮ, ਪਾਣੀ ਬਾਣੀ ਦਾ ਸੁਮੇਲ ਹੈ। ਇੱਥੋਂ ਤੱਕ ਮਹਾਰਾਜ ਜਦੋਂ ਚਰਨ ਪੌਲ ਦਿੰਦੇ ਸਨ ਤੇ ਇਹਦੇ ਵਿੱਚ ਵੀ ਬਹੁਤ ਵੱਡੀ ਕਿਰਪਾ ਵਰਸ ਜਾਂਦੀ ਸੀ, ਬੜੀ ਵੱਡੀ ਬਖਸ਼ਿਸ਼ ਹੁੰਦੀ ਸੀ। ਸੋ ਜਿਨ੍ਹਾਂ ਨੇ ਮਹਾਰਾਜ ਕੇ ਪਾਸ ਤੋਂ ਚਰਨ ਪੌਲ ਪ੍ਰਾਪਤ ਕੀਤੀ, ਇਉਂ ਸਮਝ ਲਓ ਵੀ ਲੋਕ ਸੁਖੀਏ ਹੋ ਗਏ, ਪਰਲੋਕ ਸੁਹੇਲੇ ਹੋ ਗਏ, ਸਿੱਖ ਨਿਹਾਲ ਹੋਏ ਹਨ। ਗੁਰ ਪ੍ਰਭਾਵ ਕੋ ਲਖਿਓ ਵਿਸਾਲ। ਤੇ ਜਿਸ ਵਕਤ ਮਹਾਰਾਜ ਜੀ ਕੀ ਬਖਸ਼ਿਸ਼ ਮਾਣੀ ਹੈ, ਮਹਾਰਾਜ ਜੀ ਕੀ ਤੇਜ ਸੂਰਤ, ਮਹਾਰਾਜ ਜੀ ਕੇ ਮੁਖ ਦੀ ਰੂਹਾਨੀਅਤ, ਮਹਾਰਾਜ ਜੀ ਕੇ ਬੋਲਾਂ ਦੇ ਤੇਜ ਪ੍ਰਤਾਪ, ਮਹਾਰਾਜ ਜੀ ਕੇ ਪ੍ਰਭਾਵ ਤੋਂ ਜਾਣੂ ਹੋਏ ਹਨ। ਮਿਲ ਸੰਗਤ ਸਭ ਅਰਜ ਉਚਾਰੀ। ਫਿਰ ਜਿਸ ਵਕਤ ਮਹਾਰਾਜ ਜੀ ਨੇ ਹੁਕਮ ਦਿੱਤੇ ਵੀ ਹੁਣ ਅਸੀਂ ਅੱਗੇ ਚੱਲਣਾ ਹੈ, ਫਿਰ ਸਾਰੀ ਸੰਗਤ ਇਕੱਤਰ ਹੋਈ ਤੇ ਮਹਾਰਾਜ ਜੀ ਕੇ ਸਨਮੁਖ ਗਲ ਵਿੱਚ ਪੱਲਾ ਪਾ ਕਰਕੇ ਇਉਂ ਕੁਝ ਬੇਨਤੀ ਕਰਦੇ ਹਨ। ਚਲੋ ਪ੍ਰਭੂ ਅਬ ਪੁਰੀ ਮਜਾਰੀ। ਕਹਿਣ ਲੱਗੇ ਮਹਾਰਾਜ ਆਪ ਜਦੋਂ ਤੋਂ ਆਏ ਹੋ ਇੱਥੇ ਕਾਸ਼ੀ ਦੇ ਅੰਦਰ ਸ਼ਿਵਪੁਰੀ ਵਿੱਚ ਪਹੁੰਚੇ ਹੋ, ਆਪ ਜੀਆਂ ਨੇ ਇੱਥੇ ਬਾਹਰ ਹੀ ਡੇਰਾ ਕੀਤਾ। ਹਾਲਾਂਕਿ ਹੈਗਾ ਉਹ ਵੀ ਕਾਸ਼ੀ ਦੇਸ਼ ਹੀ ਹੈ, ਲੇਕਿਨ ਜੇਕਰ ਆਪ ਕਿਰਪਾ ਕਰੋ ਇੱਕ ਵਾਰ ਇਸ ਨਗਰ ਵਿੱਚ ਵੀ ਆਪਣੇ ਮੁਬਾਰਕ ਚਰਨ ਪਾ ਦਿਓ ਤੇ ਇਹ ਹੋਰ ਇਉਂ ਕਹਿ ਲਈਏ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਕਿਉਂਕਿ ਅਸੀਂ ਬਾਣੀ ਵਿੱਚ ਪੜ੍ਹਦੇ ਹਾਂ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ। ਜਿੱਥੇ ਮਹਾਰਾਜ ਜੀ ਕੇ ਚਰਨ ਪੈ ਜਾਣ, ਸਤ ਧਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਆਏ। ਸੇ ਜੰਤ ਪਏ ਹਰਿਆਵਲੇ, ਜਿਨੀ ਮੇਰਾ ਸਤਿਗੁਰੂ ਦੇਖਿਆ ਜਾਏ। ਗਰੀਬ ਨਿਵਾਸ ਸਤਿਗੁਰੂ ਜੀਓ, ਆਪ ਜੀ ਪਰਸੋਂ ਰੋਜ਼ ਤੋਂ ਇਸ ਸਥਾਨਪੁਰ ਡੇਰਾ ਲਾ ਕਰਕੇ ਬੈਠੇ ਹੋ। ਆਪ ਕਿਰਪਾ ਕਰੋ ਇੱਕ ਵਾਰ ਸਾਡੇ ਇਸ ਨਗਰ ਕਾਸ਼ੀ ਸ਼ਿਵਪੁਰੀ ਨਗਰ ਦੇ ਵਿੱਚ ਵੀ ਆਪਣੇ ਮੁਬਾਰਕ ਚਰਨ ਪਾ ਜਾਓ ਜੀ। ਸ਼ਿਵ ਕਾ ਆਦ ਨਯੋ ਸਭ ਸਾਜ। ਸੰਗਤਾਂ ਨੇ ਆਪ ਜੀ ਕੀ ਸੇਵਾ ਹੈ ਤੇ ਇੱਥੇ ਇੱਕ ਨਵੀਂ ਪਾਲਕੀ ਤਿਆਰ ਕਰਵਾਈ ਹੈ, ਜਿਹਦੇ ਤੇ ਚੜ੍ਹ ਕੇ ਆਪ ਇੱਕ ਵਾਰ ਇਸ ਨਗਰ ਦੇ ਅੰਦਰ ਜ਼ਰੂਰ ਆਓ ਜੀ। ਉਪਰ ਚੜ੍ਹ ਚਾਲੇ ਮਹਾਰਾਜ। ਸੰਗਤ ਦੀ ਬੇਨਤੀ ਪ੍ਰਵਾਨ ਕੀਤੀ। ਗਰੀਬ ਨਿਵਾਸ ਸਤਿਗੁਰੂ ਧੰਨ ਗੁਰੂ ਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਛੋਟੀ ਉਮਰ ਵਿੱਚ ਹੀ ਉਹ ਸੁੰਦਰ ਪਾਲਕੀਪੁਰ ਚੜ੍ਹੇ, ਜਿਹੜੀ ਸੰਗਤਾਂ ਨੇ ਭਾਵ ਪ੍ਰੇਮ ਸਹਿਤ ਤਿਆਰ ਕਰਵਾਈ। ਫਿਰ ਚੜ੍ਹ ਕੇ ਚੱਲਦੇ ਹਨ। ਪੀਰ ਹਜ਼ਾਰੋ ਨਰ ਕੀ ਸੰਗ। ਤੇ ਜਿਸ ਵਿਦ ਮਹਾਰਾਜ ਜੀ ਕੀ ਸਵਾਰੀ ਚੱਲੀ ਹੈ, ਹਜ਼ਾਰਾਂ ਦੀ ਗਿਣਤੀ ਅੰਦਰ ਗੁਰਮੁਖੋ ਇਕੱਠ ਹੈ। ਇਹ ਸਭ ਆਪਾਂ ਅੱਜ ਦੇ ਸਮੇਂ ਵਿੱਚ ਵੀ ਵੇਖ ਲੈਂਦੇ ਹਾਂ। ਜਦੋਂ ਕਿਤੇ ਨਗਰ ਕੀਰਤਨ ਦੇ ਰੂਪ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਸਵਾਰੀ ਤੁਰਦੀ ਹੈ, ਫਿਰ ਸਾਰੇ ਨਗਰਾਂ ਦੀਆਂ ਸੰਗਤਾਂ ਇਕੱਤਰ ਹੋ ਕੇ ਮਗਰ ਚੱਲਦੀਆਂ ਨੇ। ਸੋ ਇਸ ਵਿੱਚ ਜਿਸ ਵਕਤ ਦਸਵੇਂ ਅਵਤਾਰ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਾਲਪੁਣੇ ਦੇ ਅੰਦਰ ਅਜੇ ਹਨ, ਕਾਸ਼ੀ ਦੇਸ਼ ਵਿੱਚ ਸੁੰਦਰ ਪਾਲਕੀ ਤੇ ਚੜ੍ਹ ਕੇ ਚੱਲੇ ਸਨ। ਤੇ ਫਿਰ ਹਜ਼ਾਰਾਂ ਦੀ ਭੀੜ ਜਿਹੜੀ ਹੈ ਮਹਾਰਾਜ ਜੀ ਕੀ ਸਵਾਰੀ ਵਿੱਚ ਭਾਵਨਾ ਪਿਆਰ ਸਹਿਤ ਮਗਰ ਤੁਰੀ ਹੈ ਜੀ। ਗਮਨੇ ਗੁਰੂ ਨਿਹਾਰਤ ਸੰਗ। ਜਿਵੇਂ ਮਹਾਰਾਜ ਜੀ ਜਾ ਰਹੇ ਹਨ ਸੁੰਦਰ ਪਾਲਕੀਪੁਰ ਸੁਭਾਏਮਾਨ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਜਿਤਨੀ ਸੰਗਤ ਹੈ ਮਹਾਰਾਜ ਜੀ ਨੂੰ ਨਿਹਾਰ ਰਹੀ ਹੈ, ਮਹਾਰਾਜ ਜੀ ਕਾ ਮੁਖ ਤੱਕ ਰਹੀ ਹੈ। ਗੁਰਦੇਵ ਕੀ ਪਾਵਨ ਮੂਰਤ ਤੋਂ ਬਲਿਹਾਰ ਹੋ ਰਹੇ ਹਨ। ਸਰ ਸਰ ਤੀਰ ਧਰੀ ਅਨਵਾਈ। ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਅੱਗੇ ਕਰਦੇ ਕੀ ਨੇ, ਸਰਸਰੀ ਨਦੀ ਗੰਗਾ ਨਦੀ ਹੈ ਜਿਹੜੀ, ਇਹਦੇ ਕੰਢੇ ਤੋਂ ਲੰਘਦੇ ਹਨ। ਉਤਰਨ ਪਾਰ ਅਰੂੜ ਗੁਸਾਈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਨਦੀ ਨੂੰ ਪਾਰ ਕਰਕੇ ਫਿਰ ਇਸ ਦੇਸ਼ ਦੇ ਅੰਦਰ, ਇਸ ਸ਼ਹਿਰ ਦੇ ਅੰਦਰ ਪਹੁੰਚਦੇ ਹਨ। ਕੇਵਟ ਨਵਕਾ ਪਾਰ ਲੰਘਾਏ। ਫਿਰ ਉੱਥੇ ਕੁਝ ਮਲਾਹ ਸੱਦੇ ਗਏ ਜਿਹੜੇ ਵੱਡੇ ਬੇੜੇ ਨੂੰ ਤੋਰਦੇ ਹਨ, ਕਿਉਂਕਿ ਮਹਾਰਾਜ ਇਹਨੂੰ ਪਾਲਕੀ ਸਹਿਤ ਪਾਰ ਕਰਕੇ ਦੇਸ਼ ਦੇ ਅੰਦਰ, ਕਿਉਂਕਿ ਇਹ ਦਰਿਆ ਦੇ ਕੰਢੇ ਨਦੀ ਗੰਗਾ ਦੇ
ਕੰਢੇ ਤੇ ਵਸਿਆ ਹੋਇਆ ਇੱਕ ਸ਼ਹਿਰ ਹੈ ਜੀ। ਦਰਬ ਦੀਨ ਬੋ ਸੇ ਹਰ ਖਾਏ। ਉਹ ਮਲਾਵਾਂ ਨੂੰ ਵੀ ਬਹੁਤ ਵੱਡੀ ਗਿਣਤੀ ਵਿੱਚ ਧਨ ਦਿੱਤਾ ਗਿਆ ਤੇ ਉਹ ਵੀ ਬਹੁਤ ਪ੍ਰਸੰਨ ਹੋਏ ਸਨ ਵੀ ਹਾਂ ਅੱਜ ਕੋਈ ਨਦੀ ਤਰਨ ਵਾਲਾ ਆਇਆ ਹੈ। ਭਾਵੇਂ ਕਿ ਪਹਿਲੇ ਵੀ ਲੋਕ ਲੰਘਦੇ ਸਨ, ਪਰੰਤੂ ਅੱਜ ਜਿਹੜੇ ਮਹਾਂਪੁਰਖ, ਜਿਹੜੇ ਪੂਰਨ ਪੁਰਖ ਲੰਘ ਰਹੇ ਹਨ, ਇਹਨਾਂ ਨੇ ਨਿਹਾਲ ਕਰ ਦਿੱਤਾ, ਇਤਨਾ ਧਨ ਸਾਨੂੰ ਦਿੱਤਾ ਹੈ ਜੀ। ਜਿਸ ਜਿਸ ਗਰੀਨ ਜਾਏ ਅਗਾਰੀ। ਗਰੀਬ ਨਿਵਾਸ ਸਤਿਗੁਰੂ ਜਿਸ ਜਿਸ ਗਲੀ ਵਿੱਚ ਆਪਣੇ ਮੁਬਾਰਕ ਚਰਨ ਪਾ ਰਹੇ ਹਨ। ਮਹਾਰਾਜ ਕੀ ਪਾਲਕੀ ਜਿਸ ਜਿਸ ਗਲੀ ਵਿੱਚ ਜਾ ਰਹੀ ਸੀ, ਚੜੀ ਅਟਾਰਨ ਦਰਸੈ ਨਾਰੀ। ਹੁਣ ਭੀੜ ਬਹੁਤ ਹੈ ਗੁਰਮੁਖੋ, ਹਜ਼ਾਰਾਂ ਦੀ ਗਿਣਤੀ ਦੇ ਇਕੱਠ ਦਾ ਜ਼ਿਕਰ ਭਾਈ ਸੰਤੋਖ ਸਿੰਘ ਸਾਹਿਬ ਕਰ ਹੀ ਰਹੇ ਨੇ। ਫਿਰ ਨਗਰ ਦੀਆਂ ਸੰਗਤਾਂ ਨੇ ਪਤਾ ਲੱਗਿਆ ਵੀ 10ਵੇਂ ਅਵਤਾਰ ਗੁਰੂ ਗੋਬਿੰਦ ਰਾਏ ਜੀ ਮਹਾਰਾਜ ਇੱਥੇ ਨਗਰ ਵਿੱਚ ਮੁਬਾਰਕ ਚਰਨ ਪਾ ਰਹੇ ਹਨ। ਹੋਇਆ ਕਿ ਨਗਰ ਦੇ ਜਿਤਨੇ ਮਨੁੱਖ ਸਨ ਪਾਸ ਤੇ ਆ ਨਹੀਂ ਸਕਦੇ, ਜ਼ਿਆਦਾ ਭੀੜ ਹੋਣ ਕਾਰਨ ਵਸਣ ਵਾਲੇ ਜਿਹੜੇ ਨੇ ਉਹ ਆਪਣੀਆਂ ਅਟਾਰੀਆਂ ਤੇ ਚੜ੍ਹ ਗਏ, ਮਹੱਲਾਂ ਤੇ ਕੋਠਿਆਂ ਤੇ ਚੜ੍ਹ ਗਏ ਮਹਾਰਾਜ ਜੀ ਕੇ ਦਰਸ਼ਨ ਪਾਉਣ ਦੇ ਲਈ। ਕੋਈ ਕਿਸੇ ਉੱਚੇ ਥਾਂ ਤੇ, ਕੋਈ ਕਿਵੇਂ ਵੀ, ਚਲੋ ਇੱਕ ਝਲਕ ਮਿਲ ਜਾਏ ਉਸ ਨੂਰਾਨੀ ਚਿਹਰੇ ਦੀ, ਉਸ ਨੂਰਾਨੀ ਮੂਰਤ ਦਾ ਇੱਕ ਦੀਦਾਰ ਜਿਹੜਾ ਹੈ ਉਹ ਮਿਲ ਜਾਏ। ਇਸ ਵੇਲੇ ਅਟਾਰੀਆਂ ਤੇ ਵੀ ਸੰਗਤਾਂ ਚੜ੍ਹ ਗਈਆਂ ਹਨ। ਜਿਮ ਕਣ ਮੈਂ ਤੜਤਾ ਚਮਕਾਵੈ। ਜਿਮ ਕਣ ਮੈਂ ਤੜਤਾ ਚਮਕਾਵੈ, ਬਹੁਤ ਸੁੰਦਰ ਉਦਾਹਰਨ ਅਲੰਕਾਰ ਰੂਪ ਵਿੱਚ ਭਾਈ ਸੰਤੋਖ ਸਿੰਘ ਸਾਹਿਬ ਹੋਰਾਂ ਨੇ ਬਖਸ਼ਿਆ ਹੈ। ਜਿਵੇਂ ਆਪਾਂ ਵੇਖਦੇ ਹਾਂ ਨਾ, ਜਦੋਂ ਘਣੇ ਸੰਘਣੇ ਬੱਦਲ ਚੜ੍ਹਦੇ ਹਨ ਕਾਲੇ, ਤੇ ਉਹਨਾਂ ਦੇ ਵਿੱਚੋਂ ਇੱਕ ਬਿਜਲੀ ਲਿਸ਼ਕਦੀ ਹੈ। ਉਹਦੀ ਇੱਕ ਐਸੀ ਕੜਕਵੀਂ ਚਮਕ ਹੁੰਦੀ ਹੈ, ਜਦੋਂ ਚਮਕਦੀ ਹੈ ਨਾ ਤੇ ਉਹ ਸਾਰਾ ਆਲਮ ਰੌਸ਼ਨ ਕਰ ਦਿੰਦੀ ਹੈ। ਭਾਵੇਂ ਕਿ ਇੱਕ ਅੱਧ ਸੈਕਿੰਡ ਦੇ ਲਈ ਹੁੰਦਾ ਹੈ ਖੇਡ, ਪਰੰਤੂ ਕੁਦਰਤ ਦੀ ਖੇਡ ਆਪਨੇ ਵੀ ਵੇਖਿਆ ਹੋਣਾ, ਮਾਣਿਆ ਹੋਣਾ। ਜਦੋਂ ਵਰਖਾ ਰੁੱਤ ਹੁੰਦੀ ਹੈ ਜਾਂ ਖਾਸ ਕਰ ਜਦੋਂ ਬੱਦਲ ਆਉਂਦੇ ਨੇ, ਉਹ ਇੱਕ ਸੈਕਿੰਡ ਦੀ ਨੁਹਾਰ ਹੀ ਐਸੀ ਹੈ ਵੀ ਮਾਨੋ ਸਾਰਾ ਆਲਮ ਰੌਸ਼ਨ ਹੋ ਜਾਂਦਾ ਹੈ। ਇਸ ਵਿਧਨਾ ਅੱਜ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਵਿਦਾਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਰ ਰਹੇ ਨੇ। ਜਿਮ ਘਣ ਮੈਂ ਕੜਕਾ ਚਮਕਾਏ, ਤੇ ਉਹ ਜਿਹੜਾ ਪਾਵਨ ਮੁਖ, ਜਿਹੜੀ ਮੂਰਤ ਉਸ ਪਾਲਕੀ ਤੇ ਚੜ੍ਹ ਕੇ ਤੁਰ ਰਹੀ ਹੈ ਨਾ, ਮਾਨੋ ਸੰਗਤਾਂ ਦੇ ਬੱਦਲ ਨੇ ਤੇ ਵਿੱਚ ਉਹ ਲਿਸ਼ਕ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੇ ਪਾਵਨ ਮੁਖ ਦੀ ਬਖਸ਼ਿਸ਼ ਐਸੀ ਹੈ ਕਿ ਉਸ ਨੂਰਾਨੀ ਨੂਰ ਨੂੰ ਤੱਕਣ ਦੇ ਲਈ ਬੇਅੰਤ ਸੰਗਤਾਂ ਉਤਾਵਲੀਆਂ ਹਨ। ਵਿਸਦ ਸਦਨ ਮੈਂ ਤਥਾ ਸੁਹਾਵੈ। ਵਿਸਦ ਸਦਨ ਮੈਂ, ਇਸ ਵਿਧ ਮਹਾਰਾਜ ਸੱਚੇ ਪਾਤਸ਼ਾਹ ਜੀ ਵਿੱਚ ਸੋਭ ਰਹੇ ਹਨ। ਭਾਵੇਂ ਇਸ ਵਿਧ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਵਡਿਆਈ ਹੈ ਜੀ। ਆਦਿਕ ਭੀਰਪੁਰ ਗਰੀਨ ਬੀਚ। ਭਾਈ ਸਾਹਿਬ ਜੀ ਜ਼ਿਕਰ ਕਰਦੇ ਹਨ ਕਿ ਅੱਜ ਕਾਸ਼ੀ ਦੀਆਂ ਗਲੀਆਂ ਦੇ ਅੰਦਰ, ਸ਼ਿਵਪੁਰੀ ਦੀਆਂ ਗਲੀਆਂ ਦੇ ਅੰਦਰ ਭੀੜ ਕਿਤਨੀ ਹੈ, ਕੋਈ ਅੰਦਾਜ਼ਾ ਨਹੀਂ ਹੈ। ਕਿੰਨੀ ਕੁ ਲੋਕਾਈ ਦਾ ਇਕੱਠ ਹੈ, ਕੋਈ ਅੰਦਾਜ਼ਾ ਨਹੀਂ ਹੈ। ਅਧਿਕ ਭੀੜ ਗਰੀਨ ਕੇ ਬੀਚ, ਬਹੁਤ ਭੀੜ ਵੱਡੀ ਗਿਣਤੀ ਅੰਦਰ ਹੈ ਜੀ। ਬੰਦਚ ਦੂਰ ਊਚ ਅਰ ਨੀਚ। ਜੇ ਕੋਈ ਵੱਡਾ ਹੈ, ਜੇ ਕੋਈ ਛੋਟਾ ਹੈ, ਕੋਈ ਉੱਚਾ ਹੈ, ਕੋਈ ਨੀਵਾਂ, ਕੋਈ ਵਰਨ ਵੰਡ ਜਾਂ ਕੁੱਲ ਵਾਲੀ ਕੋਈ ਬਾਤ ਨਹੀਂ ਹੈ ਗੁਰਮੁਖੋ। ਹਰ ਕੋਈ ਮਹਾਰਾਜ ਜੀ ਕੇ ਸਨਮੁਖ ਹੱਥ ਜੋੜ ਕੇ ਸ਼ੀਸ਼ ਨਿਵਾਰਿਆ। ਬੰਦਤ ਤੋਂ ਭਾਵ ਹੈ ਹੱਥ ਜੋੜ ਕੇ ਖੜੇ ਹੋ ਜਾਣਾ, ਤੇ ਕੋਈ ਦੂਰੋਂ ਤੇ ਕੋਈ ਨਜ਼ਦੀਕ ਆ ਕਰਕੇ। ਚਲੋ ਜੇ ਕਿਸੇ ਨੂੰ ਕੋਈ ਮੌਕਾ ਮਿਲ ਜਾਂਦਾ, ਮਹਾਰਾਜ ਜੀ ਕੇ ਪਾਸ ਆ ਕੇ ਚਰਨ ਪਰਸ ਲੈਂਦੇ ਨੇ। ਤੇ ਭੀੜ ਜ਼ਿਆਦਾ ਹੋਣ ਕਰਕੇ ਜੇ ਮੌਕਾ ਨਹੀਂ ਮਿਲਦਾ, ਤੇ ਕੁਝ ਜਿਵੇਂ ਬਜ਼ੁਰਗ ਹੁੰਦੇ ਨੇ, ਬੱਚੇ ਹੁੰਦੇ ਨੇ, ਅਕਸਰ ਭੀੜ ਵਿੱਚ ਉਹਨਾਂ ਤੋਂ ਨਜ਼ਦੀਕ ਨਹੀਂ ਆਇਆ ਜਾਂਦਾ। ਸੋ ਦੂਰੋਂ ਹੀ ਮਹਾਰਾਜ ਜੀ ਕੇ ਪਾਵਨ ਮੁਖ ਦੇ ਦਰਸ਼ਨ ਪਾ ਕਰ ਵੰਦਨਾ ਕਰਦੇ ਹਨ। ਨਿਕਟ ਹੋਣ ਕੀ ਸਖਤ ਨਾ ਪਾਵੈ। ਕਿਉਂਕਿ ਰਸ਼, ਭੀੜ ਕਹਿ ਲਈਏ, ਸੰਗਤਾਂ ਦੇ ਇਕੱਠ ਇਤਨੇ ਠਾਠਾਂ ਮਾਰਦੇ ਹਨ ਕਿ ਨਿਕਟ ਆਉਣਾ ਹੀ ਅਸੰਭਵ ਹੈ ਜੀ। ਨੀਠ ਨੀਠ ਗੁਰ ਅਗਰ ਸਿਧਾਵੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਜਿਹੜੀ ਪਾਲਕੀ ਹੈ ਨਾ, ਉਹ ਵੀ ਮਸਾ ਮਸਾ ਹੌਲੀ ਹੌਲੀ, ਜਿਵੇਂ ਆਪਾਂ ਕਹਿ ਲਈਏ ਸਹਿਜੇ ਸਹਿਜ ਅਗਾਂ ਤੁਰ ਰਹੀ ਹੈ। ਕਿਉਂਕਿ ਅੱਗੇ ਵੀ ਸੰਗਤ ਹੈ, ਪਿੱਛੇ ਵੀ ਸੰਗਤ ਹੈ, ਭਾਰੀ ਇਕੱਠ ਹਨ, ਗਲੀਆਂ ਵੀ ਭਰੀਆਂ ਹਨ, ਅਟਾਰੀਆਂ ਦੇ ਉੱਪਰ, ਛੱਤਾਂ ਦੇ ਉੱਪਰ ਵੀ ਸੰਗਤ ਚੜ੍ਹੀ ਹੈ। ਸੋ ਸਹਿਜ ਸਹਿਜ ਗਰੀਬ ਨਿਵਾਸ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੀ ਪਾਲਕੀ ਜਿਹੜੀ ਹੈ ਨਾ, ਇਹਨਾਂ ਦੇਸ਼ ਦੀਆਂ ਗਲੀਆਂ ਅੰਦਰੋਂ ਲੰਘ ਰਹੀ ਹੈ ਜੀ। ਮਹਾ ਕੁਲਾਹਲ ਪੁਰ ਮਹਿ ਹੋਵਾ। ਅੱਜ ਮਾਨੋ ਕਾਸ਼ੀ ਦੇ ਉੱਪਰ ਮੰਗਲ ਬਣ ਗਿਆ, ਬਹੁਤ ਆਨੰਦ ਹੈ। ਮਹਾ ਕੁਲਾਹਲ, ਜਿਵੇਂ ਵੱਡੇ ਇਕੱਠ, ਤੇ ਉਹਨਾਂ ਇਕੱਠਾਂ ਦੇ ਵਿੱਚ ਜੋ ਆਨੰਦ ਹੁੰਦਾ ਹੈ, ਇਦਾਂ ਇੱਕ ਭਾਰੀ ਇਕੱਠ ਹੋਇਆ ਹੈ ਜੀ। ਚੜ ਕੋਠਾ ਨਰ ਨਾਰਨ ਜੋਵਾ। ਜਿਸ ਵੀ ਸਥਾਨਪੁਰ ਕਿਸੇ ਨੂੰ ਕੋਈ ਥਾਂ ਮਿਲੀ ਜਿੱਥੇ ਮਹਾਰਾਜ ਜੀ ਕੇ ਪਾਵਨ ਮੁਖ ਦੇ ਦਰਸ਼ਨ ਪਾਏ ਜਾ ਸਕਦੇ ਸਨ। ਕਿਉਂਕਿ ਇੱਕ ਤੇ ਮੂਰਤ ਪਿਆਰੀ ਹੈ, ਦੂਸਰਾ ਅਜੇ ਜਿਹੜਾ
ਸਰੀਰ ਦਾ ਆਕਾਰ ਹੈ ਉਹ ਛੋਟਾ ਹੈ, ਕਿਉਂਕਿ ਆਰਬਲਾ ਬਹੁਤ ਘੱਟ ਹੈ, ਉਮਰ ਛੋਟੀ ਹੈ। ਸੋ ਜਿਵੇਂ ਵੀ ਕਿਸੇ ਵੀ ਗੁਰਮੁਖ ਭਾਈ ਮਾਈ ਭਾਈ ਨੂੰ ਦਰਸ਼ਨ ਹੋ ਸਕਦੇ ਸਨ, ਉਹਨਾਂ ਨੇ ਜਥਾ ਸ਼ਕਤ ਯਤਨ ਕੀਤੇ। ਕੋਈ ਕੋਠਿਆਂ ਤੇ ਚੜ੍ਹਿਆ, ਕੋਈ ਉੱਚੇ ਥਾਵਾਂ ਤੇ, ਕੋਈ ਅਟਾਰੀਆਂ ਤੇ ਦੂਰ ਨੇੜੇ ਆ ਕਰਕੇ ਚੜ ਕੋਠਨ ਪਰ ਨਰ ਨਾਰਨ ਜੋਵਾ ਮਹਾਰਾਜ ਜੀ ਕੇ ਪਾਵਨ ਮੁਖ ਦੇ ਦੀਦਾਰ ਪਾਏ ਹਨ। ਪੁਸਪਨ ਬਰਖਾ ਕੋ ਬਹੁ ਡਾਰੈ। ਤੇ ਬੜੇ ਪਿਆਰ ਵਾਲੇ ਗੁਰਸਿੱਖ ਐਸੇ ਨੇ ਜਿਹੜੇ ਹੱਥਾਂ ਵਿੱਚ ਫੁੱਲ ਲੈ ਕਰਕੇ ਤੇ ਮਹਾਰਾਜ ਜੀ ਕੀ ਪਾਲਕੀ ਦੇ ਉੱਪਰ ਫੁੱਲਾਂ ਦੇ ਮੀਂਹ ਵਰਸਾ ਰਹੇ ਹਨ। ਇੱਕ ਪਿਆਰ ਹੈ ਗੁਰੂ ਨਾਲ, ਸਨੇਹ ਹੈ ਸੰਗਤਾਂ ਦਾ। ਸੋ ਫੁੱਲਾਂ ਦੇ ਜਿਹੜੀ ਵਰਖਾ ਹੈ ਉਹ ਬਹੁਤ ਅਧਿਕ ਹੋ ਰਹੀ ਹੈ ਜੀ। ਮੰਦ ਮੰਦ ਗਮਰਤ ਨਿਹਾਰੈ। ਗਰੀਬ ਨਿਵਾਜ ਹੌਲੀ ਹੌਲੀ ਇਹ ਜਿਹੜਾ ਸਫ਼ਰ ਤੈਅ ਕਰ ਰਹੇ ਹਨ। ਸਹਿਜੇ ਸਹਿਜ ਪਾਲਕੀ ਜਿਹੜੀ ਅੱਗੇ ਚੱਲ ਰਹੀ ਹੈ, ਸਤਿਗੁਰੂ ਜੀ ਉਹਦੇ ਅੰਦਰ ਸੁਭਾਏਮਾਨ ਹਨ, ਸੰਗਤਾਂ ਦੀਦਾਰ ਪਾ ਰਹੀਆਂ ਹਨ। ਕਹਿ ਕੇ ਮਹਾਰਾਜ ਸਮ ਲੱਛਣ। ਤੇ ਇਉਂ ਵੀ ਵੇਖਦੇ ਹਨ ਵੀ ਬੇਸ਼ੱਕ ਆਰਬਲਾ ਛੋਟੀ ਹੈ, ਉਮਰ ਅਜੇ ਛੋਟੀ ਹੈ, ਪਰੰਤੂ ਜੇਕਰ ਮਹਾਰਾਜ ਜੀ ਕੇ ਉਸ ਸਰੂਪ ਦੇ ਦਰਸ਼ਨ ਪਾਏ ਜਾਣ, ਜਾਂ ਜਿਵੇਂ ਇਕੱਠ ਹੋਇਆ ਹੈ ਤੇ ਵਿੱਚ ਪਾਲਕੀ ਚੱਲ ਰਹੀ ਹੈ, ਇਹ ਕੋਈ ਆਮ ਲੱਛਣ ਨਹੀਂ ਨੇ। ਕਿਸੇ ਆਮ ਮਨੁੱਖ ਦੀ ਇਤਨੀ ਸੋਭਤ ਨਹੀਂ ਹੋ ਸਕਦੀ। ਗੁਰਮੁਖੋ ਭਾਵੇਂ ਕੋਈ ਕਿੰਨਾ ਹੀ ਵੱਡਾ ਕਿਉਂ ਨਾ ਹੋਵੇ, ਸੰਸਾਰੀ ਰਾਜਾ ਹੋਵੇ, ਹੁਕਮਰਾਨ ਕੋਈ ਵੀ ਹੋਵੇ, ਏਡੀ ਸੋਭਤ ਨਹੀਂ ਹੋ ਸਕਦੀ। ਇਹ ਤੇ ਪੂਰਨ ਪੁਰਖ ਹਨ ਜਿਨ੍ਹਾਂ ਦੇ ਲੱਛਣ ਮਹਾਰਾਜ ਸਮ ਹਨ। ਸਰੀਰ ਬੇਸ਼ੱਕ ਅਜੇ ਛੋਟਾ ਹੈ, ਲੇਕਿਨ ਚੌਗਿਰਦੇ ਦਾ ਇਕੱਠ ਵੇਖੋਗੇ ਤੇ ਇਹ ਤੇ ਚੱਕਰਵਰਤੀ ਮਹਾਰਾਜੇ, ਰਾਜਿਆਂ ਦੇ ਰਾਜੇ। ਬਾਣੀ ਵਿੱਚ ਵੀ ਹੈ ਨਾ, ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ। ਵੱਡੇ ਰਾਜੇ, ਵੱਡੇ ਰਾਜੇ ਹਨ ਜੀ। ਬੈਸ ਤਰਨ ਹੋਏ ਬੜੇ ਵਿਚਛਣ। ਅਜੇ ਉਮਰ ਛੋਟੀ ਹੈ, ਅਜੇ ਅਰਬਲਾ ਕੋਈ 5-6 ਵਰਿਆਂ ਦੇ ਲਗਭਗ ਹੈ, ਲੇਕਿਨ ਜਿਵੇਂ ਇਹ ਉਮਰ ਵੱਡੀ ਹੋਵੇਗੀ ਤੇ ਸਰੀਰ ਜਿਹੜਾ ਹੈ ਇਹਦਾ ਆਕਾਰ ਵਧੇਗਾ। ਫਿਰ ਇਹਨਾਂ ਦੇ ਦਰਸ਼ਨ ਪਾਇਓ, ਫਿਰ ਵੇਖਿਓ ਵੀ ਕਿਵੇਂ ਇਹ ਕਿਤਨੇ ਸੁੰਦਰ ਰਾਜੇ ਜਿਹੜੇ ਹਨ, ਤਖਤਪੁਰ ਸੁਭਾਏਮਾਨ ਸ਼ੋਭਦੇ ਹਨ ਜੀ। ਕਿਰਪਾ ਦ੍ਰਿਸ਼ਟ ਦੇ ਕਸਬ ਔਰ। ਇਧਰ ਗਰੀਬ ਨਿਵਾਸ ਸਤਿਗੁਰੂ ਸੁੰਦਰ ਪਾਲਕੀਪੁਰ ਸੁਭਾਏਮਾਨ ਸਾਰੀ ਸੰਗਤ ਤੇ ਆਪਣੀ ਕਿਰਪਾ ਦ੍ਰਿਸ਼ਟੀ ਵਰਸਾ ਰਹੇ ਨੇ। ਜਿੱਧਰ ਜਿੱਧਰ ਵੀ ਵੇਖਦੇ ਹਨ ਨਾ ਗੁਰਮੁਖੋ, ਮਾਨੋ ਉਹ ਪ੍ਰਾਣੀ ਨਿਹਾਲ ਹੋ ਜਾਂਦਾ ਹੈ। ਸੱਚਮੁੱਚ ਇਹਦੇ 'ਚ ਕੋਈ ਦੁਰਾਵਾ ਨਹੀਂ। ਮਹਾਰਾਜ ਕੀ ਬਾਣੀ ਵਿੱਚ ਵੀ ਇਹ ਬਖਸ਼ਿਸ਼ ਹੈ, ਗੁਰੂ ਕਿਤੇ ਮਿਹਰ ਦੀ ਨਜ਼ਰ ਕਰੇ, ਆਪਣੇ ਨੇਤਰ ਭਰ ਕੇ ਸਾਡੇ ਵੱਲ ਤੱਕ ਲਵੇ। ਅੰਮ੍ਰਿਤ ਦ੍ਰਿਸ਼ਟ ਸੰਚ ਜਿਵਾਏ, ਸੂਕੇ ਹਰੇ ਕੀਏ ਖਿਨ ਮਾਏ। ਇੱਕ ਦ੍ਰਿਸ਼ਟੀ ਨਾਲ ਹੀ ਸੁੱਕਿਆਂ ਨੂੰ ਹਰਿਆ ਕਰਨ ਦੀ ਸਮਰੱਥਾ ਰੱਖਦੇ ਨੇ। ਬਾਬਾ ਜੀ ਦੀ ਬਾਣੀ ਦੇ ਹੋਰ ਵੀ ਕੁਝ ਬੋਲ ਨੇ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਵਿਦਾਰਿਓ। ਜਦੋਂ ਮਿਹਰ ਦੀ ਦ੍ਰਿਸ਼ਟੀ ਪਾਈ ਨਾ, ਦਾਸਾਂ ਦੇ ਦੁੱਖ ਉਸ ਦ੍ਰਿਸ਼ਟੀ ਨਾਲ ਹੀ ਖਤਮ ਕਰ ਦਿੱਤੇ। ਅਮੈ ਦ੍ਰਿਸ਼ਟ ਸ਼ੁਭ ਕਰੈ, ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਲੋਭ ਮੋਹ ਵਸ ਕੈ ਸਭੈ ਬਲ। ਇਹ ਵੀ ਦ੍ਰਿਸ਼ਟੀ ਦੀ ਖੇਡ ਹੈ। ਬਸ ਗੁਰੂ ਨਦਰ ਭਰ ਕੇ ਵੇਖ ਲਵੇ ਸਰੀ, ਇੰਨੇ ਵੇਖਣ ਨਾਲ ਹੀ ਸਾਡੇ ਸੰਸਾਰਿਕ ਜੀਵਾਂ ਦੇ ਜੀਵਨ ਵਿੱਚ ਬਹੁਤ ਤਬਦੀਲੀਆਂ ਹੋ ਜਾਂਦੀਆਂ ਹਨ। ਸੋ ਇਸ ਬਿਧ ਗਰੀਬ ਨਿਵਾਜ ਸਤਿਗੁਰੂ ਪਾਲਕੀਪੁਰ ਵਿਰਾਜਮਾਨ ਜਿਨ੍ਹਾਂ ਜਿਨ੍ਹਾਂ ਤੇ ਵੀ ਆਪਣੀ ਅੰਮ੍ਰਿਤ ਦ੍ਰਿਸ਼ਟੀ ਪਾ ਰਹੇ ਹਨ, ਉਹ ਸਭ ਨਰ ਨਾਰੀ ਪਰੁਖ ਜਿਤਨੇ ਵੀ ਹਨ, ਸਭ ਨਿਹਾਲ ਹੋ ਰਹੇ ਸਨ। ਜਿਤ ਕਿਤ ਖਰੇ ਸਰਬ ਕਰ ਜੋਰ। ਜਿਤ ਕਿਤ ਜਿੱਥੇ ਵੀ ਕਿਸੇ ਨੂੰ ਕੋਈ ਸਥਾਨ ਮਿਲਿਆ, ਕੋਈ ਜਗ੍ਹਾ ਮਿਲੀ, ਹੱਥ ਜੋੜ ਕੇ ਉਸ ਸਥਾਨ ਤੇ ਦਰਸ਼ਨ ਪਾਉਣ ਹਿਤ ਖੜੇ ਹੋਏ ਸਨ। ਕੇਤਿਕ ਥਾਉ ਨਹਿ ਪ੍ਰਾਪਤ ਹੋਏ। ਤੇ ਬਹੁਤ ਸਾਰੇ ਐਸੇ ਵੀ ਸਨ ਜਿਨ੍ਹਾਂ ਨੂੰ ਥਾਂ ਹੀ ਨਹੀਂ ਮਿਲੀ ਇੰਨੇ ਇਕੱਠ ਵਿੱਚ, ਜਿਨ੍ਹਾਂ ਨੂੰ ਕੋਈ ਜਗ੍ਹਾ ਹੀ ਨਹੀਂ ਮਿਲੀ ਕਿ ਅਸੀਂ ਵੀ ਅੱਗੇ ਹੋकर ਮਹਾਰਾਜ ਜੀ ਕੇ ਚਰਨ ਪਰਸ ਲਈਏ, ਮਹਾਰਾਜ ਜੀ का दीदार प्राप्त करिए जी। जै थिरता कर दर्शन जोए। स्थिर होकर के भाव सन्मुख खड़े होकर करे, स्पर्श करके महाराज जी के दर्शन पाए जाने। इस विध ना दर्शन ਤੇ ਉਹਨਾਂ ਵੀ ਕੀਤੇ, ਲੇਕਿਨ ਇਉਂ ਕਹਿ ਲਵਾਂਗੇ ਵੀ ਕੁਝ ਦੂਰੀ ਤੋਂ ਹੀ ਸੰਭਵ ਹੋ ਸਕਿਆ, ਪਾਸ ਆ ਕੇ ਨਹੀਂ। ਥਿਰਤਾ ਤੋਂ ਭਾਵ ਹੁੰਦਾ ਜਿਵੇਂ ਕੋਲ ਖੜੇ ਹੋ ਕੇ ਸਨਮੁਖ ਚਰਨਾਂ ਨੂੰ ਸਪਰਸ਼ ਕਰਕੇ ਮਹਾਰਾਜ ਜੀ ਦਾ ਦੀਦਾਰ ਪਾਉਣਾ। ਸੋ ਉਹ ਬਾਤ ਥੋੜਾ ਕਠਨ ਹੋ ਗਈ ਹੈ ਜੀ। ਤਿਸ ਛਿਨ ਜਿਨ ਜਿਨ ਸਤਿਗੁਰ ਹੇਰਾ। ਤਿਸ ਛਿਨ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਜ਼ਿਕਰ ਕਰਦੇ ਹਨ ਉਸ ਵਕਤ, ਕਿਉਂਕਿ ਇਹ ਮੌਜ ਗੁਰਦੇਵ ਦੀ ਆਪਣੀ ਹੈ ਤੇ ਮੌਜ ਵਿੱਚ ਹੀ ਸਾਰੇ ਕੌਤਕ ਵਰਤਾ ਰਹੇ ਨੇ। ਸੰਗਤਾਂ ਮਹਾਰਾਜ ਜੀ ਕੇ ਦੀਦਾਰ ਹਿਤ ਇਕੱਤਰ ਹੋਈਆਂ ਨੇ ਤੇ ਗੁਰਦੇਵ ਦਰਸ਼ਨ ਦੇ ਰਹੇ ਨੇ।
ਹੁਣ ਉਸ ਛਿਨ ਜਿਸ ਛਿਨ ਇਹ ਸਭ ਕੁਝ ਵਰਤ ਰਿਹਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਆਪਣੀ ਬਖਸ਼ਿਸ਼ ਕੀਤੀ। ਜਿਨ੍ਹਾਂ ਜਿਨ੍ਹਾਂ ਗੁਰਮੁਖ ਨੇਮੀਆਂ ਪ੍ਰੇਮੀਆਂ ਨੇ ਮਹਾਰਾਜ ਜੀ ਕੇ ਪਾਵਨ ਮੁਖ ਦਾ ਦਰਸ਼ਨ ਪਾਇਆ, ਭਇਓ ਸਬਨ ਆਨੰਦ ਕਨੇਰਾ। ਉਹ ਕੋਈ ਵੇਲਾ ਹੀ ਐਸਾ ਸੀ, ਕੋਈ ਘੜੀ ਐਸੀ ਸੀ, ਮਾਨੋ ਉਧਰ ਅੰਮ੍ਰਿਤ ਵਰਖਾ ਹੋ ਰਹੀ ਸੀ ਤੇ ਇਧਰੋਂ ਸਿੱਖ ਨੇ ਦਰਸ਼ਨ ਪਾ ਲਿਆ। ਜਿਵੇਂ ਵੇਖਦੇ ਆ ਨਾ ਆਪਾਂ, ਜਦੋਂ ਵਰਖਾ ਹੁੰਦੀ ਹੈ ਤੇ ਕੋਈ ਮਨੁੱਖ ਖੁੱਲੇ ਅਸਮਾਨ ਵਿੱਚ ਆ ਕੇ ਖੜਾ ਹੋ ਜਾਵੇ, ਫਿਰ ਸਿਰ ਤੋਂ ਲੈ ਕਰਕੇ ਪੈਰਾਂ ਤੱਕ ਸਮੁੱਚਾ ਤਨ ਉਸ ਨਿਰਮਲ ਜਲ ਨਾਲ ਭਿੱਜ ਜਾਂਦਾ ਹੈ। ਇਦਾਂ ਹੀ ਗੁਰਦੇਵ ਬੱਦਲ ਵਰਸਦੇ ਨੇ। ਜਦੋਂ ਕਿਤੇ ਗੁਰੂ ਵਰਸਦਾ ਹੈ ਨਾ, ਮਿਹਰ ਦੀ ਦ੍ਰਿਸ਼ਟੀ ਮਹਾਰਾਜ ਕਰ ਰਹੇ ਹੋਣ ਤੇ ਭਾਵਨਾ ਨਾਲ ਸਿੱਖ ਉਸ ਗੁਰੂ ਬੱਦਲ ਦੇ ਥੱਲੇ ਆ ਕੇ ਖੜਾ ਹੋ ਜਾਵੇ, ਬਸ ਇਉਂ ਸਮਝ ਲਓ ਵੀ ਉਹਦਾ ਤਨ ਕਰਕੇ ਮਨ ਕਰਕੇ ਪਵਿੱਤਰ ਨਿਰਮਲ ਇਸ਼ਨਾਨ ਹੋ ਗਿਆ। ਜਿਨ੍ਹਾਂ ਗੁਰਮੁਖਾਂ ਦੇ ਉੱਪਰ ਇਹ ਦ੍ਰਿਸ਼ਟੀ ਪੈ ਗਈ, ਜਿਹੜੇ ਉਸ ਵਕਤ ਮਹਾਰਾਜ ਜੀ ਕੀ ਹਜ਼ੂਰੀ ਵਿੱਚ ਆ ਗਏ, ਮਾਨੋ ਨਿਹਾਲ ਹੋ ਗਏ ਹਨ। ਜਿਸਨਾ ਪਿਖੇ ਰਿਓ ਪਛਤਾਵਤ। ਤੇ ਕੁਝ ਐਸੇ ਵੀ ਹੁੰਦੇ ਨੇ ਜਿਹੜੇ ਕਹਿੰਦੇ ਨੇ ਛੱਡੋ ਜੀ ਕਾਹਦੇ ਲਈ ਦਰਸ਼ਨ ਕਰਨਾ। ਇਹ ਵੀ ਇੱਕ ਵਿਚਾਰਯੋਗ ਬਾਤ ਹੈ, ਕਿਉਂਕਿ ਕਈ ਵਾਰ ਜਦੋਂ ਮਹਾਰਾਜ ਜੀ ਤਰੁੱਟ ਕੇ ਦਰਸ਼ਨ ਦੇਣ ਆਉਂਦੇ ਨੇ ਤੇ ਕਈ ਐਸੇ ਮੰਦਭਾਗੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਜੀ ਅਸੀਂ ਕਾਹਦੇ ਲਈ ਜਾਣਾ, ਜੋ ਕਰ ਰਹੇ ਨੇ ਠੀਕ ਹੈ। ਹੁੰਦੀ ਹੈ, ਇਹ ਵੀ ਇੱਕ ਮਨੁੱਖ ਦੀ ਫਿਤਰਤ ਚਿਤਵਣੀ ਹੈ। ਇਕੱਲਾ ਉਦੋਂ ਹੀ ਨਹੀਂ ਗੁਰਮੁਖੋ, ਅੱਜ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਮੌਜ ਹੈ, ਇਸ ਸਥਾਨ ਤੇ ਆਪਣੇ ਸਿੰਘਾਸਨਾਂ ਤੇ ਬਹਿ ਕੇ ਸਾਨੂੰ ਰੋਜ਼ਾਨਾ ਦਰਸ਼ਨ ਦਿੰਦੇ ਨੇ। ਕਦੀ ਕਦਾਈ ਸਵੱਬ ਬਣਦਾ ਮਹਾਰਾਜ ਜੀ ਕੀ ਸਵਾਰੀ ਨਿਕਲਦੀ ਹੈ ਨਗਰ ਕੀਰਤਨ ਦੇ ਰੂਪ ਅੰਦਰ ਨਗਰਾਂ ਵਿੱਚ। ਇਹ ਪੁਰਾਤਨ ਮਰਿਆਦਾ ਹੈ, ਇਹਨੂੰ ਇਉਂ ਨਾ ਸਮਝਣਾ ਵੀ ਇਹ ਹੁਣ ਦੀ ਕੋਈ ਖੇਡ ਹੈ। ਇਹ ਗੁਰੂ ਕਾਲ ਤੋਂ ਹੀ ਮਹਾਰਾਜ ਜੀ ਕੀ ਇੱਕ ਮਰਿਆਦਾ ਮੌਜ ਹੁੰਦੀ ਸੀ। ਮਹਾਰਾਜ ਪਾਲਕੀਆਂ ਤੇ ਚੜ੍ਹ ਕੇ ਕਿਸੇ ਨਗਰ ਵਿੱਚ ਨਿਕਲ ਪਿਆ ਕਰਦੇ ਸਨ। ਜਿਵੇਂ ਅੱਜ ਕਾਸ਼ੀ ਵਿੱਚ ਗਏ, ਸੋ ਫਿਰ ਉੱਥੇ ਸੰਗਤਾਂ ਤਰੁੱਟ ਕੇ ਦਰਸ਼ਨ ਪਾਉਂਦੀਆਂ ਨੇ, ਖੁਸ਼ ਹੋ ਕੇ ਮਹਾਰਾਜ ਜੀ ਦਾ ਦਰਸ਼ਨ। ਤੇ ਮਹਾਰਾਜ ਵੀ ਤਰੁੱਟ ਕੇ ਸਭ ਦੀਆਂ ਝੋਲੀਆਂ ਭਰਦੇ ਸਨ। ਕੁਝ ਐਸੇ ਵੀ ਹੁੰਦੇ ਨੇ ਫਿਰ ਉਹ ਕਹਿੰਦੇ ਨਹੀਂ ਜੀ ਇਹ ਤੇ ਬਾਕੀਆਂ ਦੀ ਖੇਡ, ਆਪਾਂ ਕੀ ਲੈਣਾ, ਛੱਡੋ ਦਰਸ਼ਨ ਕਾਹਦੇ ਲਈ ਕਰਨਾ। ਸੋ ਮੰਦਭਾਗੇ ਨੇ। ਤੇ ਜਿਹੜੇ ਮੰਦਭਾਗੇ ਨੇ, ਭਾਵ ਸਤਿਗੁਰੂ ਚੱਲ ਕੇ ਆਪ ਦਰਵਾਜ਼ੇ ਅੱਗੇ ਆਏ ਹੋਣ, ਨਗਰ ਵਿੱਚ ਆਏ ਹੋਣ ਤੇ ਸਿੱਖ ਦਰਸ਼ਨ ਨਾ ਕਰੇ, ਬਹੁਤ ਮਾੜੇ ਕਰਮ ਮੰਨੇ ਜਾ ਸਕਦੇ। ਕਾਸ਼ੀ ਵਿੱਚ ਵੀ ਕੁਝ ਐਸੇ ਨੇ ਗਿਣਤੀ ਦੇ ਜਿਨ੍ਹਾਂ ਨੇ ਮਹਾਰਾਜ ਜੀ ਕੀ ਇਸ ਵਾਰੀ ਦੇ ਮਹਾਰਾਜ ਕੇ ਪਾਵਨ ਮੁਖ ਦੇ ਦਰਸ਼ਨ ਨਹੀਂ ਪਾਏ ਸਨ। ਭਾਗ ਮੰਦ ਹਮ ਲਹੇ ਨ ਆਵਤ। ਪਰੰਤੂ ਬਾਅਦ ਵਿੱਚ ਉਹ ਫਿਰ ਬਹੁਤ ਪਛਤਾਏ ਨੇ, ਬਾਅਦ ਵਿੱਚ ਬਹੁਤ ਪਛਤਾਏ ਨੇ ਵੀ ਸਾਡੇ ਮਾੜੇ ਭਾਗ ਸਨ, ਮਹਾਰਾਜ ਤੇ ਚੱਲ ਕੇ ਆਏ ਲੇਕਿਨ ਅਸੀਂ ਅੱਗੇ ਹੋ ਕੇ ਦਰਸ਼ਨ ਨਹੀਂ ਪਾ ਸਕੇ। ਇੱਕ ਪਛਤਾਵਾ ਆਪਣੇ ਆਪ ਦੇ ਵਿੱਚ ਬਹੁਤ ਪਛਤਾ ਰਹੇ ਸਨ। ਜਾਤ ਬਾਜ਼ਾਰ ਵਿਖੈ ਸੋ ਨਿਹਾਰੈ। ਤੇ ਮਹਾਰਾਜ ਜੀ ਕੀ ਸਵਾਰੀ ਅੱਗੇ ਤੋਂ ਅੱਗੇ, ਫਿਰ ਅੱਗੇ ਨਗਰ ਦੇ ਅੰਦਰ ਸ਼ਹਿਰਾਂ ਦੇ ਜਿਹੜੇ ਸੁੰਦਰ ਬਾਜ਼ਾਰ ਨੇ ਕਾਸ਼ੀ ਦੇ ਵਿੱਚ, ਉਹਨਾਂ ਵੱਡੀਆਂ ਗਲੀਆਂ ਦੇ ਵਿੱਚ ਜਿਵੇਂ ਆਪਾਂ ਕਹਿ ਲਈਏ ਸਵਾਰੀ ਚੱਲ ਰਹੀ ਹੈ ਤੇ ਮਹਾਰਾਜ ਸਭ ਕੁਝ ਆਪਣੇ ਨੇਤਰਾਂ ਨਾਲ ਵੇਖ ਰਹੇ ਹਨ ਤੇ ਸੰਗਤ ਮਹਾਰਾਜ ਜੀ ਕਾ ਦੀਦਾਰ ਪਾ ਰਹੀ ਹੈ ਜੀ। ਥਿਰੇ ਦੂਰ ਹੀ ਬੰਧਨ ਤਾਰੈ। ਤੇ ਬਾਜ਼ਾਰਾਂ ਦੇ ਜਿਹੜੇ ਮਨੁੱਖ ਹਨ, ਜਿਵੇਂ ਕਾਰੀਗਰ, ਕਿਰਤ ਸੁਨਾਰ ਆਦਿ, ਕਰਾਣਾ ਆਦਿ ਆਦਿਕ ਜਿਹੜੇ ਹੱਟਾਂ ਚਲਾਉਂਦੇ ਹਨ, ਉਹ ਵੀ ਦੂਰੋਂ ਹੀ ਮਹਾਰਾਜ ਜੀ ਕੀ ਸਵਾਰੀ ਨੂੰ ਨਮਸਕਾਰਾਂ ਕਰ ਰਹੇ ਸਨ, ਕਿਉਂਕਿ ਇਕੱਠ ਵੱਡੇ ਹਨ। ਤੁੰਗ ਅਟਾ ਕਨ ਕਟਾ ਮਿਲੰਤੀ। ਤੁੰਗ ਅਟਾ ਮਾਨੋ ਜਿਵੇਂ ਇੱਕ ਵੱਡਾ ਸੰਗਤ ਦਾ ਇਕੱਠ ਹੈ। ਇੱਧਰ ਮਹਾਰਾਜ ਤਰੁੱਠੇ ਹਨ। ਭਾਈ ਸਾਹਿਬ ਜੀ ਕਹਿਣ ਲੱਗੇ ਵੀ ਇਸ ਵੇਲੇ ਇਹ ਸਾਰਾ ਕੁਝ ਚੱਲ ਰਿਹਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਦਰਸ਼ਨ ਪਾਉਣ ਦੇ ਲਈ। ਜਿਵੇਂ ਸੰਗਤ ਇਉਂ ਉਮੜੀ ਹੈ ਜਿਵੇਂ ਕੋਈ ਸਾਉਣ ਦੇ ਮਹੀਨੇ ਦੇ ਵਿੱਚ ਇੱਕ ਵੱਡੀ ਘਟਾ ਚੜ ਆਉਂਦੀ ਹੈ। ਤੁਝ ਤਾਮਨ ਪਰ ਗਨ ਫੈਰੰਤੀ। ਤੁਝ ਤਾਮਨ ਭਾਵ ਸਾਰਿਆਂ ਦੇ ਉੱਪਰ ਇੱਕੋ ਜਿਹਾ ਮੀਂਹ ਵਰਸ ਜਾਂਦਾ ਹੈ। ਜਦੋਂ ਕੋਈ ਬੱਦਲ ਚੜ੍ਹਦਾ ਨਾ, ਗੁਰਮੁਖੋ ਆਪਨੇ ਵੇਖਿਆ ਹੋਣਾ, ਸੰਘਣੀ ਘਟਾ ਚੜੀ ਹੋਵੇ, ਰੁੱਤ ਬਣੀ ਹੋਵੇ, ਫਿਰ ਜਦੋਂ ਵਰਖਾ ਹੁੰਦੀ ਹੈ ਫਿਰ ਊਚ ਨੀਚ, ਨੀਵਾਂ ਉੱਚਾ, ਮਕਾਨ ਤੇ ਸਮਤਲ ਸਭ ਥਾਵਾਂ ਤੇ ਟੋਏ ਟਿੱਬਿਆਂ ਅੰਦਰ ਪਾਣੀ ਪਾਣੀ ਹੋ ਜਾਂਦਾ ਹੈ। ਸੋ ਇਸ ਬਿਧ ਗਰੀਬ ਨਿਵਾਸ ਸਤਿਗੁਰੂ ਦੀਦਾਰ ਦੇ ਰਹੇ ਹਨ ਤੇ ਸਤਿਗੁਰੂ ਜੀ ਸੰਗਤ ਦੇ ਉੱਪਰ ਮਿਹਰਾਮਤ ਕਰ ਰਹੇ ਸਨ। ਸੰਗਤ ਦਰਸ਼ਨ ਪਾ ਰਹੀ ਹੈ ਜੀ। ਮਨੋ ਪੰਖ ਕੋਇ ਲਾਏ ਚਾਹੰਤੀ। ਮਨੋ ਪੰਖ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਅੱਜ ਐਸੀ ਕਿਰਪਾ ਵਰਤਾਈ ਹੈ, ਸਭ ਕੋਈ ਪ੍ਰਸੰਨ ਹਨ। ਉਡੈ ਗਗਨ ਕੋ ਇਮ ਦ੍ਰਿਸ਼ਟੰਤੀ। ਇਸ ਵਿਧ ਮਹਾਰਾਜ ਜੀ ਕੀ ਬਖਸ਼ਿਸ਼ ਵਰਤ ਰਹੀ ਹੈ। ਸਾਰਾ ਜਿਹੜਾ ਕਾਸ਼ੀ ਦੇਸ਼ ਹੈ ਉਹ
ਉੱਥੋਂ ਦੇ ਜਿਤਨੇ ਵੀ ਮਨੁੱਖ ਹਨ ਉਹ ਇਕੱਤਰ ਹੋ ਕਰਕੇ ਮਹਾਰਾਜ ਜੀ ਕੇ ਪਾਸ ਚੁਗਿਰਦੇ ਹਾਜ਼ਰ ਹਨ। ਚਿਤ੍ਰਤ ਭੀਤ ਬਿਹੰਗ ਅਰ ਬਾਗ। ਚਿਤ੍ਰਤ ਭੀਤ ਬਿਹੰਗ ਅਰ ਬਾਗ। ਮਹਾਰਾਜ ਜੀਆਂ ਨੇ ਇਹਨਾਂ ਬਾਜ਼ਾਰਾਂ ਦੇ ਵੀ ਦਰਸ਼ਨ ਕੀਤੇ ਜੋ ਕਿ ਅਤੀ ਸੁੰਦਰ ਬਣੇ ਹੋਏ ਸਨ। ਕਿਤੇ ਵਿਸ਼ੇਸ਼ ਮੀਨਾਕਾਰੀਆਂ, ਵਿਸ਼ੇਸ਼ ਕਲਾਕਾਰੀਆਂ, ਕਿਉਂਕਿ ਬੜਾ ਪੁਰਾਣਾ ਸ਼ਹਿਰ ਹੈ ਕਾਸ਼ੀ, ਸ਼ਿਵਪੁਰੀ ਕਿਹਾ ਜਾਂਦਾ ਸੀ। ਸੋ ਵੀ ਸਭ ਮਹਾਰਾਜ ਜੀਆਂ ਨੇ ਆਪਣੇ ਨੇਤਰਾਂ ਨਾਲ ਦੀਦਾਰ ਪਾਇਆ ਹੈ ਜੀ। ਆਦਿਕ ਸ਼ਿਵਾਲੇ ਪੂਜਨ ਲਾਗ। ਅਦਿਕ ਸ਼ਿਵਾਲੇ, ਕਿਉਂਕਿ ਸ਼ਿਵਪੁਰੀ ਉਹਨੂੰ ਕਿਹਾ ਹੀ ਤਾਂ ਜਾਂਦਾ ਹੈ ਮਹਾਦੇਵ ਦੀ ਨਗਰੀ ਸ਼ਿਵ ਜੀ ਦੇ, ਕਿਉਂਕਿ ਉੱਥੇ ਉਹਨਾਂ ਦੇ ਜਿਹੜੇ ਗ੍ਰੰਥ ਹਨ, ਜੋ ਵਿਦਵਾਨ ਸੱਜਣ ਨੇ ਉਹ ਪੜ੍ਹਦੇ ਪੜ੍ਹਾਉਂਦੇ ਨੇ, ਦਾਨ ਪੁੰਨ ਦੀ ਪ੍ਰਕਿਰਿਆ ਉਹ ਸਭ। ਸੋ ਉਸ ਸਥਾਨ 'ਤੇ ਕੁਝ ਐਸੇ ਵਿਸ਼ੇਸ਼ ਪੁਰਾਤਨ ਮੰਦਰ ਵੀ ਹਨ। ਸ਼ਿਵਾਲੇ ਤੋਂ ਭਾਵ ਮਹਾਦੇਵ ਜੀਆਂ ਦੇ ਉਹ ਸਥਾਨ ਜਿੱਥੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਦ੍ਰਿੜ ਕਰਵਾਇਆ ਜਾਂਦਾ, ਆਮ ਮਨੁੱਖਤਾ ਨੂੰ ਇਹ ਬਾਤਾਂ ਸਿਖਾਈਆਂ ਜਾਂਦੀਆਂ ਹਨ। ਸੋ ਉਹ ਵੀ ਕੁਝ ਪੁਰਾਤਨ ਹਨ ਜਿਹੜੇ ਕਿ ਚੱਲਦਿਆਂ ਹੋਇਆਂ ਗਰੀਬ ਨਿਵਾਸ ਸਤਿਗੁਰੂ ਜੀਆਂ ਨੇ ਆਪਣੇ ਮੁਖ ਤੋਂ ਦੀਦਾਰ ਪਾਇਆ, ਆਪਣੇ ਨੇਤਰਾਂ ਤੋਂ ਦੀਦਾਰ ਪਾਇਆ ਹੈ। ਬਾਣਕ ਤਨੰਦ ਸਮ ਬੈਠੇ ਬ੍ਰਿੰਦ। ਤੇ ਜਿਹੜੇ ਬਾਜ਼ਾਰ ਸਜੇ ਹੋਏ ਹਨ ਵਿੱਚ ਬਹੁਤ ਐਸੇ ਬਾਣੀਏ ਲੋਕ, ਧਨਕ, ਵੱਡੇ ਵਪਾਰ ਕਰਨ ਵਾਲੇ, ਵੱਡਿਆਂ ਕਾਰੋਬਾਰਾਂ ਵਾਲੇ ਉਸ ਬਾਜ਼ਾਰ ਅੰਦਰ ਬੈਠੇ ਸਨ। ਕਰਤ ਬਨੰਜ ਕੋ ਸੁਖੀ ਬਿਲੰਦ। ਕਰਤ ਬਨੰਜ ਕੋ, ਵੱਡੇ ਵਪਾਰ ਚੱਲਦੇ ਨੇ, ਬੜਾ ਧਨਾੜ ਸ਼ਹਿਰ ਹੈ ਤੇ ਜਿਵੇਂ ਜਿਵੇਂ ਵਪਾਰ ਕਰ ਰਹੇ ਹਨ ਤੇ ਬਹੁਤ ਸੁਖੀ ਵਸਦੇ ਹਨ। ਮੁੱਖ ਤੋਂ ਪਤਾ ਲੱਗਦਾ ਵੀ ਬੜੇ ਸ਼ਾਹੂਕਾਰ ਲੋਕ ਹਨ। ਭਿਖਿਆਵਤ ਗੁਰ ਹੈ ਸਭ ਠਾਂਡੇ। ਭਿਖਿਆਵਤ, ਉਹ ਵੀ ਸ਼ਰਧਾ ਭਾਵਨਾ ਸਹਿਤ ਮਹਾਰਾਜ ਜੀ ਕੇ ਦਰਸ਼ਨ ਦੀਦਾਰ ਪਾਉਣ ਦੇ ਲਈ ਹਾਜ਼ਰ ਹੋਏ ਹਨ। ਹਾਥਨ ਜੋਰ ਨਮੈ ਮੁਦ ਬਾਂਡੇ। ਨਜ਼ਦੀਕ ਆਉਣ ਦਾ ਯਤਨ ਕੀਤਾ, ਕਿਉਂਕਿ ਮੈਂ ਫਿਰ ਬੇਨਤੀ ਕਰਾਂ ਇਕੱਠ ਬਹੁਤ ਸੀ। ਯਤਨ ਕੀਤਾ ਨਜ਼ਦੀਕ ਹੋ ਕੇ ਮਹਾਰਾਜ ਜੀ ਕੇ ਦਰਸ਼ਨ ਪਾਏ ਜਾਣ। ਵੱਡੇ ਵਪਾਰੀ, ਕਾਰੋਬਾਰੀ, ਦੁਕਾਨਦਾਰ ਲੋਕ ਸਨ। ਸੋ ਜਿੱਥੋਂ ਤੱਕ ਸੰਭਵ ਹੋ ਸਕਿਆ ਮਹਾਰਾਜ ਕੇ ਪਾਸ ਆਏ, ਹੱਥ ਜੋੜ ਕੇ ਉੱਥੋਂ ਹੀ ਮਹਾਰਾਜ ਜੀ ਕੋ ਨਮਸਕਾਰ ਕੀਤੀ ਹੈ। ਸਭ ਦਿਸ ਦੇਖਤ ਸਤਿਗੁਰ ਚਲੇ। ਸਭ ਦਿਸ਼ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸਭ ਦੇ ਉੱਪਰ ਆਪਣੀ ਮੁਬਾਰਕ ਦ੍ਰਿਸ਼ਟੀ ਪਾਈ ਹੈ ਤੇ ਮਹਾਰਾਜ ਜੀ ਕੀ ਪਾਲਕੀ ਉਸੇ ਤਰ੍ਹਾਂ ਸਹਿਜੇ ਸਹਿਜ ਦੇਸ਼ ਵਿੱਚ, ਨਗਰ ਵਿੱਚ ਤੁਰ ਰਹੀ ਹੈ ਜੀ। ਸਭ ਪਾਖਤ ਹਮ ਦਿਸ ਮੁਖ ਭਲੇ। ਸਭ ਪਾਖਤ, ਸਾਰੀ ਸੰਗਤ ਆਪਣੇ ਮੁਖ ਤੋਂ ਇਉਂ ਕਹਿ ਰਹੀ ਸੀ ਵੀ ਸਾਡੇ ਵੱਡੇ ਭਾਗ ਹਨ, ਸਾਡੇ ਤੇ ਕਿਰਪਾ ਹੋਈ ਹੈ। ਮਹਾਰਾਜ ਗਰੀਬ ਨਿਵਾਜ ਜੀਆਂ ਨੇ ਸਾਡੇ ਤੇ ਤਰਸ ਕੀਤਾ ਹੈ ਜੀ। ਕਹੋ ਕਹਾਂ ਲੋ ਪੁਰ ਕੀ ਕਥਾ। ਇਸ ਤੋਂ ਅੱਗੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਹਨ ਕਿ ਇਹ ਜਿਤਨੀ ਵਾਰਤਾ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਹੈ, ਜਿੰਨਾ ਇਤਿਹਾਸ ਸਰਵਣ ਕਰਵਾਇਆ ਹੈ, ਲਿਖਤੀ ਰੂਪ ਵਿੱਚ ਭਾਈ ਸਾਹਿਬ ਜੀਆਂ ਨੇ ਲਿਖਿਆ, ਇਹ ਬਹੁਤ ਹੈ। ਤੇ ਇਹਨੂੰ ਇਉਂ ਨਾ ਸਮਝਣਾ ਵੀ ਇਹ ਸਾਰੀ ਗੱਲ ਇਹਦੇ ਵਿੱਚ ਹੀ ਸੰਪੂਰਨ ਹੋ ਗਈ, ਕਿਉਂਕਿ ਗੁਰੂ ਕੀ ਵਡਿਆਈ ਤੇ ਅਗਾਧ ਬੋਧ ਹੈ ਗੁਰਮੁਖੋ। ਇਹ ਤੇ ਉਹਨਾਂ ਨੇ ਕੇਵਲ ਟੂਕ ਮਾਤਰ ਹਵਾਲਾ ਦਿੱਤਾ ਹੈ। ਮਹਾਰਾਜ ਜੀ ਕੀ ਕਥਾ ਇਸ ਤੋਂ ਵੀ ਵੱਡੀ ਹੈ। ਕਹੂੰ ਕਹਾ ਲਗ ਗੁਰ ਕੀ ਕਥਾ। ਹੁਣ ਉਹਨਾਂ ਬਾਜ਼ਾਰਾਂ ਵਿੱਚ ਕਿੰਨਾ ਸੰਗਤਾਂ ਨੇ ਕੀ ਕੀ ਭੇਟਾਵਾਂ ਦਿੱਤੀਆਂ, ਕਿੰਨਾਂ ਨੂੰ ਕੀ ਕੀ ਅਸੀਸਾਂ ਮਿਲੀਆਂ, ਕਿੰਨਾਂ ਤੇ ਦ੍ਰਿਸ਼ਟੀ ਪਾ ਕੇ ਕੀ ਕੀ ਰੋਗ ਮਹਾਰਾਜ ਜੀਆਂ ਨੇ ਉਹਨਾਂ ਦੇ ਨਿਵਰਤ ਕੀਤੇ, ਕਿੰਨਿਆਂ ਦੇ ਕਾਰਜ ਰਾਸ ਹੋਏ। ਇਹ ਤੇ ਇੱਕ ਵੱਡੀ ਅਗਾਧ ਬੋਧ ਕਥਾ ਹੈ ਗੁਰਮੁਖੋ, ਗੁਰੂ ਹੀ ਜਾਣੇ। ਇਹ ਸਾਡੇ ਕੋਲ ਸਮਰੱਥਾ ਨਹੀਂ, ਨਾ ਤੇ ਲਿਖਾਰੀ ਦੀ ਕਲਮ ਵਿੱਚ ਇੰਨਾ ਦਮ ਹੈ ਤੇ ਨਾ ਬੁਲਾਰੇ ਦੇ ਜੇਬਾਂ ਵਿੱਚ ਇੰਨੀ ਸਤਿਆ ਵੀ ਅਸੀਂ ਬੋਲ ਕੇ ਕਹਿ ਸਕੀਏ। ਇਹ ਤੇ ਗੁਰੂ ਕੀ ਕਥਾ ਕੇਵਲ ਗੁਰੂ ਹੀ ਜਾਣਦਾ। ਸੋ ਇੱਕ ਬੜੀ ਵੱਡੀ ਮਹਾਨ ਅਗਾਧ ਬੋਧ ਕਥਾ ਹੈ ਜੀ। ਉਤਸਵ ਭਇਓ ਕੁਲਾਹਲ ਜਥਾ। ਹਾਂ, ਇੰਨਾ ਜ਼ਰੂਰ ਦੱਸਦੇ ਹਨ ਵੀ ਬਹੁਤ ਭਾਰੀ ਉਤਸਵ, ਬਹੁਤ ਭਾਰੀ ਇਕੱਠ ਹੋਏ ਸਨ। ਕਰ ਕਰ ਦਰ ਦਰ ਗੁਰ ਕੀ ਕੀਰਤ। ਇਸ ਵਿਧ ਨਾ ਮਹਾਰਾਜ ਜਿਸ ਵਕਤ ਕਾਸ਼ੀ ਅੰਦਰ ਵਿਚਰ ਰਹੇ ਸਨ, ਘਰ ਘਰ ਦਰ ਦਰ ਗੁਰ ਕੀ ਕੀਰਤ। ਹਰ ਘਰ ਅੰਦਰ, ਹਰ ਦਰ ਅੰਦਰ। ਦਰ ਤੋਂ ਭਾਵ ਹੈ ਵੀ ਜਿਹੜੇ ਜਿਹੜੇ ਮੁੱਖ ਦੁਆਰ ਨੇ ਜਾਂ ਜਿਹੜੇ ਜਿਹੜੇ ਪਵਿੱਤਰ ਸਥਾਨ ਨੇ ਉੱਥੇ, ਇਉਂ ਕਹਿ ਲਈਏ ਵੀ ਕਾਸ਼ੀ ਦੇਸ਼ ਵਿੱਚ ਹਰ ਥਾਂ ਤੇ ਦਸ਼ਮੇਸ਼ ਪਿਤਾ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੀ ਵਡਿਆਈ ਹੋ ਰਹੀ ਹੈ। ਤੇ ਵਡਿਆਈ ਇਤਨੀ ਵੱਡੀ ਹੈ ਕਿ ਉਹ ਮੂਰਤ ਨੂੰ ਤੱਕ ਕੇ ਸਭ ਕੋਈ ਬਲਿਹਾਰ ਹੈ ਜੀ। ਕਾਂਸੀ ਬਿਖੈ ਮਾਂ ਬਿਸਤੀਰਤ। ਜੋ ਕਿ ਮਹਾਰਾਜ ਕੀ ਵਡਿਆਈ ਕਾਸ਼ੀ ਦੇਸ਼ ਵਿੱਚ ਬਹੁਤ ਪ੍ਰਚਲਿਤ ਹੋਈ ਹੈ, ਬੜੇ ਵੱਡੇ ਪੱਧਰ ਤੇ ਹੋਈ ਹੈ ਜੀ। ਅੰਤਰਪੁਰੀ ਉਤਾਰਨ ਕਰੇ। ਇਸ ਵਿਦਨਾ ਜੋ ਮਹਾਰਾਜ ਜੀ ਕੇ ਪਾਸ ਕਾਸ਼ੀ ਵਾਸੀ ਸਿੱਖ ਆਏ ਸਨ, ਜਿਨ੍ਹਾਂ ਨੇ ਕਿਹਾ ਸੀ ਮਹਾਰਾਜ ਆਪ ਜੀਆਂ ਨੇ ਇੱਥੇ ਆ ਕੇ ਕਾਸ਼ੀ ਤੋਂ ਬਾਹਰ ਤੇ ਡੇਰਾ ਕੀਤਾ,
ਇੱਕ ਵਾਰ ਸ਼ਹਿਰ ਦੇ ਅੰਦਰ ਵੀ ਚਰਨ ਪਾਓ। ਸੋ ਮਹਾਰਾਜ ਜੀਆਂ ਨੇ ਬੇਨਤੀ ਪ੍ਰਵਾਨ ਕਰਕੇ ਆਪਣੀ ਮੌਜ ਵਿੱਚ ਹਾਂ ਕਰ ਦਿੱਤੀ ਤੇ ਬੜੇ ਅਦਬ ਸਹਿਤ ਉਹ ਸਾਰੇ ਸਿੱਖ ਇਕੱਤਰ ਹੋ ਕੇ ਸੰਗਤਾਂ ਦੇ ਇਕੱਠ ਸਹਿਤ ਮਹਾਰਾਜ ਜੀਆਂ ਨੂੰ ਪਾਲਕੀਪੁਰ ਚੜਾ ਕਰਕੇ ਸ਼ਹਿਰ ਦੇ ਵਿੱਚ ਲੈ ਕੇ ਗਏ। ਇਸ ਵੇਲੇ ਇਹ ਵੱਡਾ ਇਕੱਠ ਤਾਂ ਹੋਇਆ ਜੀ, ਅੰਤਰਪੁਰੀ ਉਤਾਰਨ ਕਰੇ। ਫਿਰ ਜਿਵੇਂ ਮਹਾਰਾਜ ਜੀ ਕੀ ਸਵਾਰੀ ਉਸ ਨਿਸ਼ਚਿਤ ਸਥਾਨ ਤੇ ਪਹੁੰਚੀ ਦੇ ਸਥਾਨ ਤੇ ਮਹਾਰਾਜ ਜੀ ਕੋ ਠਹਿਰਾਓ ਦੇ ਲਈ ਵੱਡੇ ਇੰਤਜ਼ਾਮ ਕੀਤੇ ਗਏ ਸਨ। ਸੋ ਉਸ ਸਥਾਨ ਤੇ ਫਿਰ ਮਹਾਰਾਜ ਜੀਆਂ ਦਾ ਉਤਾਰਾ ਹੋਇਆ ਹੈ। ਪਾਲਕੀ ਤੋਂ ਮਹਾਰਾਜ ਜੀਆਂ ਨੂੰ ਥੱਲੇ ਉਤਾਰ ਕੇ ਉਸ ਸਥਾਨ ਪਰ ਸਿੰਘਾਸਨ ਉੱਪਰ ਬਿਠਾਉਂਦੇ ਹਨ। ਖਾਨ ਪਾਨ ਸੁਪਤੇ ਸੁਖ ਤਰੇ। ਫਿਰ ਆਪਣੀ ਮੌਜ ਵਿੱਚ ਗਰੀਬ ਨਿਵਾਸ ਸਤਿਗੁਰੂ ਜੀ ਉਸ ਸਥਾਨ ਤੇ ਵੀ ਕੌਤਕ ਵਰਤਾਉਂਦੇ ਹਨ। ਸੰਧਿਆ ਵੇਲਾ ਹੁੰਦਾ ਹੈ, ਭੋਜਨ ਪ੍ਰਸ਼ਾਦ ਆਦਿਕ ਤਿਆਰ ਹੁੰਦਾ ਹੈ। ਮਹਾਰਾਜ ਵੀ ਰਸਨਾ ਲਾਇਕ ਕਰਦੇ ਹਨ, ਬੇਅੰਤ ਸਿੱਖ ਸੰਗਤਾਂ ਵੀ ਛਕਦੀਆਂ ਹਨ। ਖਾਣ ਪਾਨ ਦੇ ਵਰਤਾਰੇ ਵਰਤਦੇ ਹਨ। ਗੁਰੂ ਕੇ ਲੰਗਰ ਜੜੇ ਹਨ ਅਟੁੱਟ ਵਰਤਦੇ ਹਨ। ਭਈ ਪ੍ਰਭਾਤ ਤਿਆਰੀ ਕਰਵਾਈ। ਇਸ ਵਿਧ ਮਹਾਰਾਜ ਸੱਚੇ ਪਾਤਸ਼ਾਹ ਇਸ ਸਥਾਨਪੁਰ ਇੱਕ ਰਾਤ ਜਿਹੜਾ ਸਮਾਂ ਹੈ ਨਾ ਕਾਸ਼ੀ ਸ਼ਹਿਰ ਦੇ ਅੰਦਰ ਕਹਿ ਲਈਏ ਵਿੱਚ ਗੁਜ਼ਾਰਿਆ ਹੈ। ਰਾਤਰੀ ਰੁਕੇ, ਅੰਮ੍ਰਿਤ ਵੇਲੇ ਦੇ ਨੇਮ ਅਨੁਸਾਰ ਅਗਲੇ ਦਿਨ ਉੱਠੇ, ਸ਼ੌਚ ਇਸ਼ਨਾਨ ਆਦਿ ਕਰਕੇ ਉਸ ਤੋਂ ਉਪਰੰਤ ਮਹਾਰਾਜ ਜੀਆਂ ਨੇ ਹੁਣ ਤਿਆਰੀ ਕਰਵਾਈ ਹੈ। ਸਾਜੇ ਵਾਹਨ ਰੁਚਰ ਸੁਹਾਈ। ਫਿਰ ਉਸੇ ਤਰ੍ਹਾਂ ਆਪਣੇ ਵਾਹਨ ਤਿਆਰ ਕਰਵਾਏ। ਜਿਵੇਂ ਮਾਤਾ ਜੀ ਵੀ ਪਾਲਕੀ ਤੇ ਚੱਲਦੇ ਨੇ, ਧੰਨ ਗੁਰੂ ਗੋਬਿੰਦ ਰਾਏ ਸਾਹਿਬ ਮਹਾਰਾਜ ਜੀ ਵੀ ਪਾਲਕੀ ਤੇ ਚੱਲਦੇ ਨੇ, ਕਿਉਂਕਿ ਅਜੇ ਆਰਬਲਾ ਉਮਰ ਛੋਟੀ ਹੈ। ਮਾਮਾ ਕਿਰਪਾਲ ਚੰਦ ਜੀ ਘੋੜੇ ਤੇ ਚੱਲਦੇ ਨੇ, ਹੋਰ ਕੁਝ ਸਿੱਖ ਨਾਲ ਘੋੜਿਆਂ ਤੇ ਨੇ। ਨਗਰਾਂ ਦੀਆਂ ਸੰਗਤਾਂ ਦੇ ਇਕੱਠ ਨਾਲ ਕਈ ਕਈ ਕੋ ਤੁਰਦੇ ਨੇ ਮਹਾਰਾਜ ਕੀ ਸਵਾਰੀ ਦੇ। ਸੋ ਤਿਆਰੀ ਕਰਵਾਈ ਹੈ। ਸਾਜੇ ਵਾਹਨ ਸੁੰਦਰ ਰੁਚਰ ਸੁਹਾਈ, ਸੁੰਦਰ ਤਰੀਕੇ ਦੇ ਨਾਲ ਸਾਰੇ ਵਾਹਨ ਜਿਹੜੇ ਹਨ ਉਹ ਤਿਆਰ ਕਰਵਾਏ ਗਏ। ਜਿਵੇਂ ਜਿਸ ਪਾਲਕੀ ਤੇ ਮਹਾਰਾਜ ਵਿਰਾਜਮਾਨ ਹੁੰਦੇ ਹਨ ਉਹਦੇ ਤੇ ਨਵੀਨ ਵਸਤਰ ਵਿਛਾ ਕਰਕੇ, ਸੁੰਦਰ ਸਫਾਈ ਆਦਿ ਕਰਵਾ ਕਰਕੇ ਮਾਤਾ ਜੀ ਸਵਾਰ ਹੁੰਦੇ ਹਨ, ਉਹ ਪਾਲਕੀਆਂ ਤਿਆਰ ਹੋਈਆਂ। ਸੋ ਇਸ ਵਿਧ ਮਹਾਰਾਜ ਸੱਚੇ ਪਾਤਸ਼ਾਹ ਹੁਣ ਕਾਸ਼ੀ ਸ਼ਹਿਰ ਦੇ ਅੰਦਰੋਂ ਅਗਲੇ ਪੜਾਵਾਂ ਦੇ ਲਈ ਰਵਾਨਾ ਹੋ ਰਹੇ ਨੇ। ਹੁਕਮ ਹੋ ਚੁੱਕੇ ਨੇ, ਤਿਆਰੀਆਂ ਹੋ ਚੁੱਕੀਆਂ ਨੇ। ਜਿਵੇਂ ਸਤਿਗੁਰੂ ਗੁਰਦੇਵ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਇੱਥੋਂ ਕਿਰਪਾ ਵਰਤਾ ਕੇ ਅੱਗੇ ਤੁਰਦੇ ਹਨ। ਉਹ ਸਾਰਾ ਹਵਾਲਾ ਜਿਹੜਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਹੋਰਾਂ ਦੀ ਕਲਮ ਨੇ ਅਗਲਿਆਂ ਬਿਰਤਾਂਤਾਂ ਸਾਖੀਆਂ ਵਿੱਚ ਦਰਜ ਕੀਤਾ ਹੈ। ਯਤਨ ਕਰਾਂਗੇ ਇਸੇ ਤਰ੍ਹਾਂ ਹੀ ਵਿਸਤਾਰ ਸਹਿਤ ਸਾਰਾ ਗੁਰੂ ਕਾ ਇਤਿਹਾਸ ਆਪ ਸੰਗਤਾਂ ਦੇ ਨਾਲ ਸਾਂਝੀਆਂ ਕਰਨ ਦਾ ਜੀ। ਜਿਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਕਾ ਇਤਿਹਾਸ ਪੜ੍ਹਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਹੁੰਦੀਆਂ ਨੇ। ਗੁਰਦੇਵ ਗੁਰੂ ਕੀ ਸੰਗਤ ਅਣਜਾਣ ਸਮਝ ਕਰ ਖਿਮਾ ਕਰਨੀ ਹੈ ਜੀ। ਮੱਤ ਛੋਟੀ ਹੈ, ਆਓ ਹੁਣ ਗੁਰਬਾਣੀ ਦੀ ਕੀਰਤਨ ਸਰਵਣ ਕਰੀਏ। ਆਖੀਰਲੀਆਂ ਪੰਕਤੀਆਂ ਪੜ੍ਹ ਕੇ ਇੱਥੇ ਹੀ ਸਮਾਪਤੀ ਹੈ ਜੀ। ਭਈ ਪ੍ਰਾਤ ਤਿਆਰੀ ਕਰਵਾਈ, ਸਾਜੇ ਵਹਨ ਰੁਚਰ ਸੁਹਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।